ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਤੁਹਾਨੂੰ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਜੋ ਤਾਜ਼ਾ ਅਪਡੇਸ਼ਨ ਆਈ ਹੁੰਦੀ ਆ ਉਹਦੀ ਜਾਣਕਾਰੀ ਦਿੰਦੇ ਹਾਂ। ਸੋ ਅੱਜ ਹੈ ਜੀ ਥਰਸਡੇ ਯਾਨੀ ਕਿ ਵੀਰਵਾਰ ਤੇ ਟੋਰਾਂਟੋ ਸਮੇਂ ਦੇ ਮੁਤਾਬਿਕ ਇਸ ਵੇਲੇ 3:10 ਹੋ ਚੁੱਕੇ ਨੇ। ਅੱਜ ਲਾਈਵ ਪ੍ਰੋਗਰਾਮ ਵਿੱਚ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਸਾਨੂੰ ਅੱਜ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ। ਜਿਵੇਂ ਕਿ ਸਾਰੇ ਜਾਣਦੇ ਨੇ ਕਿ ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਇੱਕ ਟੀਚਾ ਮਿਥਿਆ ਗਿਆ ਹੈ ਕਿ 2021 ਵਿੱਚ ਘੱਟੋ-ਘੱਟ 4 ਲੱਖ ਦੇ ਕਰੀਬ ਪ੍ਰਵਾਸੀਆਂ ਨੂੰ ਜਿਹੜਾ ਕੈਨੇਡਾ ਆਉਣ ਦਾ ਸੱਦਾ ਦਿੱਤਾ ਜਾਵੇ, ਪੱਕੇ ਤੌਰ ਦੇ ਉੱਤੇ ਇੱਥੇ ਉਹਨਾਂ ਨੂੰ ਬੁਲਾਇਆ ਜਾ ਸਕੇ। ਸੋ ਅਲੱਗ-ਅਲੱਗ ਕੈਟਾਗਰੀਜ਼ ਇਸ ਦੇ ਬਾਰੇ ਵਿੱਚ ਉਹਨਾਂ ਨੇ ਰੱਖੀਆਂ ਨੇ ਕਿ 4 ਲੱਖ ਪ੍ਰਵਾਸੀਆਂ ਨੂੰ ਕਿਸ ਤਰੀਕੇ ਨਾਲ ਬੁਲਾਇਆ ਜਾ ਸਕਦਾ। ਪਰ ਕਰੋਨਾ ਵਾਇਰਸ ਦੇ ਚੱਲਦੇ ਜਿਸ ਤਰੀਕੇ ਨਾਲ ਅਜੇ ਟਰੈਵਲ ਰਿਸਟ੍ਰਿਕਸ਼ਨਸ ਨੇ ਜਾਂ ਅਜੇ ਜਿਸ ਤਰੀਕੇ ਨਾਲ ਡਰਾ ਨਿਕਲ ਰਹੇ ਨੇ, ਸੋ ਜਿਹੜੇ ਇਸ ਵਕਤ ਕੈਨੇਡਾ ਦੇ ਵਿੱਚ ਹੈਗੇ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਾਲੇ, ਸੋ ਉਹਨਾਂ ਨੂੰ ਇਸ ਵਕਤ ਕਾਫੀ ਜ਼ਿਆਦਾ ਸਰਕਾਰ ਜਿਹੜੀ ਹੈ ਮਿਹਰਬਾਨ ਹੋਈ ਹੈ ਤੇ ਜੋ ਇਸ ਵਕਤ ਡਰਾ ਵੀ ਵੇਖਣ ਨੂੰ ਮਿਲ ਰਿਹਾ, ਅਸੀਂ ਉਸ ਦੇ ਬਾਰੇ ਵਿੱਚ ਵੀ ਤੁਹਾਨੂੰ ਪਲ-ਪਲ ਤੇ ਜਾਣਕਾਰੀ ਦਿੱਤੀ ਹੈ। ਸੋ ਅੱਜ ਜਿਨ੍ਹਾਂ ਨੂੰ ਇਸ ਵਕਤ ਇਨਵੀਟੇਸ਼ਨ ਆ ਚੁੱਕਿਆ 75 ਤੇ ਸਭ ਤੋਂ ਲੋਐਸਟ ਸਕੋਰ ਗਿਆ, ਜਿਨ੍ਹਾਂ ਨੂੰ ਇਨਵੀਟੇਸ਼ਨ ਆ ਚੁੱਕਿਆ, ਐਪਲੀਕੇਸ਼ਨ ਲਗਾਉਣ ਵੇਲੇ ਤੁਸੀਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਤੇ ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਵਿੱਚ ਜਿਹੜਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਇਨਵੀਟੇਸ਼ਨ ਆਏਗਾ ਉਹਦੇ ਲਈ ਤੁਸੀਂ ਆਪਣੇ ਆਪ ਨੂੰ ਕਿਵੇਂ ਪ੍ਰੀਪੇਅਰ ਕਰ ਸਕਦੇ ਹੋ, ਉਹਦੇ ਵਿੱਚ ਤੁਹਾਡਾ ਨੰਬਰ ਕਿਵੇਂ ਆ ਸਕਦਾ, ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤਾਜ਼ਾ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਫਾਰਗੋ ਇਮੀਗ੍ਰੇਸ਼ਨ ਤੋਂ ਮਿਸਟਰ ਹਰਕਿਰਨ ਗਰੇਵਾਲ। ਸਵਾਗਤ ਹੈ ਹਰਕਿਰਨ ਜੀ। ਤੇ ਹਰਕਿਰਨ ਜੀ, ਆਪਾਂ ਅਕਸਰ ਇਹ ਗੱਲਬਾਤ ਕਰਦੇ ਹੁੰਦੇ ਸੀ ਕਿ ਇਸ ਵਕਤ ਇੰਨਾ ਜ਼ਿਆਦਾ ਡਰਾ ਦੇ ਸਕੋਰਸ ਹਾਈ ਜਾ ਰਹੇ ਨੇ, 465 470 ਤੱਕ ਪਹੁੰਚੇ। ਲੇਟ ਪਿੱਛੇ ਜਿਹੇ ਡਰਾ ਗਿਆ ਸੀ 454 ਤੇ। ਸੋ ਆਪਾਂ ਇਹ ਹਮੇਸ਼ਾ ਗੱਲਬਾਤ ਕਰਦੇ ਸੀ ਕਿ ਜਿਹੜੇ ਸਟੂਡੈਂਟਸ +2 ਕਰਕੇ ਖਾਸ ਤੌਰ ਤੇ ਆਏ ਨੇ ਜਾਂ ਜਿਨ੍ਹਾਂ ਦਾ ਐਕਸਪੀਰੀਅੰਸ ਵੀ ਹੋ ਚੁੱਕਿਆ ਪਰ ਇੱਥੇ ਤੱਕ ਪਹੁੰਚਣਾ ਬਿਨਾਂ LMIA ਦੇ ਬਹੁਤ ਔਖਾ ਹੋ ਰਿਹਾ ਤੇ ਹਰ ਕਿਸੇ ਨੂੰ LMIA ਨਹੀਂ ਮਿਲ ਰਹੀ। ਸੋ ਜਿਹੜਾ ਇਸ ਵਕਤ ਇਹ ਡਰਾ ਆਇਆ, ਸਭ ਤੋਂ ਪਹਿਲਾਂ ਤਾਂ ਉਹਦੇ ਬਾਰੇ ਤੁਹਾਡੇ ਤੋਂ ਕੁਝ ਵਿਚਾਰ ਜਾਣਨੇ ਚਾਹਾਂਗੇ, ਕਿਵੇਂ ਰਿਹਾ? ਹਾਂਜੀ, ਜਿਵੇਂ ਲਾਸਟ ਸੈਚਰਡੇ ਨੂੰ ਡਰਾ ਆਇਆ ਹੈਗਾ ਜੀ, ਇਹ ਅਨਬਲੀਵੇਬਲ ਹੈਗਾ ਕਿਉਂਕਿ ਆਮ ਉਮੀਦ ਕੀਤੀ ਜਾਂਦੀ ਸੀਗੀ ਕਿਉਂਕਿ ਆਪਾਂ ਜਦੋਂ ਵੀ ਅਕਤੂਬਰ ਤੇ ਨਵੰਬਰ ਦੇ ਵਿੱਚ ਆਪਣੇ ਪ੍ਰੋਗਰਾਮ ਸੀ ਉਹਦੇ ਵਿੱਚ ਮੈਂ ਦੱਸਦਾ ਹੁੰਦਾ ਸੀ ਵੀ ਸਟੈਂਡਿੰਗ ਜਿਹੜੀ ਇਮੀਗ੍ਰੇਸ਼ਨ ਦੀ ਸਟੈਂਡਿੰਗ ਕਮੇਟੀ ਹੈਗੀ ਆ ਜਿਹੜੀ ਕਿ ਦੇਖ ਰਹੀ ਹੈ ਇੰਪੈਕਟ ਆਫ ਕੋਵਿਡ-19 ਤੇ ਕਿਵੇਂ ਪਾ ਰਿਹਾ, ਉਹਨਾਂ ਦੇ ਵਿੱਚ ਪ੍ਰਪੋਜ਼ਲ ਸੀਗੀਆਂ ਵੀ ਕਿਵੇਂ ਆਉਂਦੇ ਟਾਈਮ ਦੇ ਵਿੱਚ ਕਿੰਨਾਂ ਨੂੰ ਇਨਵਾਈਟ ਕੀਤਾ ਜਾਵੇ ਜਾਂ ਹੋਰ ਕਿਸੇ ਤਰ੍ਹਾਂ ਦਾ ਇਮੀਗ੍ਰੇਸ਼ਨ ਦੇ ਵਿੱਚ ਕਿਸ ਤਰ੍ਹਾਂ ਦੇ ਇਦਾਂ ਨਵੇਂ ਇਨਵੀਟੇਸ਼ਨ ਦਿੱਤੇ ਜਾਣ। ਪਰ ਇਹਦੇ ਵਿੱਚ ਕਈ ਪ੍ਰਪੋਜ਼ਲ ਦਿੱਤੀਆਂ ਗਈਆਂ ਸੀ ਕਈ ਲਾਇਰ ਜਾਂ ਕੰਸਲਟੈਂਟ ਵੱਲੋਂ ਵੀ, ਜਿਵੇਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਆ, ਇਹ ਆਲਰੇਡੀ ਇੱਥੇ ਹੈਗੇ ਆ ਤਾਂ ਇਹਨਾਂ ਦੀ ਟ੍ਰਾਂਜੀਸ਼ਨ ਕਾਫੀ ਸਮੂਥਲੀ ਹੋ ਸਕਦੀ ਹੈਗੀ ਆ ਕੈਨੇਡਾ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ। ਤੇ ਉਹਦੇ ਵਿੱਚ ਇੱਕ ਰੱਖਿਆ ਗਿਆ ਸੀ ਪਹਿਲਾਂ ਕਈ ਪ੍ਰਪੋਜ਼ਲ ਸੀ ਵੀ ਜਿਵੇਂ ਇਹਨਾਂ ਦੇ ਡਰਾ ਜ਼ਿਆਦਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਹੀ ਡਰਾ ਜ਼ਿਆਦਾ ਫ੍ਰੀਕੁਐਂਟ ਕੱਢੇ ਜਾਣ। ਤੇ ਦੂਸਰੀ ਇੱਕ ਪ੍ਰਪੋਜ਼ਲ ਇਹ ਸੀ ਵੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਜਿਹੜੇ ਹੈਗੇ ਆ ਇੰਡੀਵਿਜੂਅਲ ਇੱਥੇ ਉਹਨਾਂ ਨੂੰ ਜ਼ਿਆਦਾ ਪੁਆਇੰਟਸ ਦਿੱਤੇ ਜਾਣ, ਵੀ ਉਹਨਾਂ ਨੂੰ ਜ਼ਿਆਦਾ ਪੁਆਇੰਟਸ ਹੋਣਗੇ ਤਾਂ ਜ਼ਿਆਦਾ ਇਨਵੀਟੇਸ਼ਨ ਜਾਣਗੇ ਤੇ ਉਹਦੇ ਅਕੋਰਡਿੰਗ ਉਹ ਇੱਥੇ ਆਪਦੀ ਇਮੀਗ੍ਰੇਸ਼ਨ ਲੈ ਸਕਦੇ ਆ। ਪਰ ਜੋ ਇਹ 75 ਪੁਆਇੰਟਸ ਦਾ ਹੋਇਆ ਇਹ ਅਨਬਲੀਵੇਬਲ ਸੀਗਾ ਜੀ। ਇਹਦੇ ਵਿੱਚ ਜਿਹੜੇ ਵੀ ਜਿਨ੍ਹਾਂ ਨੇ ਵੀ ਕਰਦੇ ਆਪਦੀ ਐਪਲੀਕੇਸ਼ਨ ਇੱਕ ਤਰ੍ਹਾਂ ਲਾਈ ਹੋਈ ਸੀਗੀ ਉਹ ਸਾਰਿਆਂ ਨੂੰ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਅੰਡਰ ਇੱਥੇ ਇਨਵੀਟੇਸ਼ਨ ਮਿਲ ਗਿਆ ਹੈਗਾ ਜੀ ਪਰਮਾਨੈਂਟ ਇਮੀਗ੍ਰੇਸ਼ਨ ਹੋਣ ਵਾਸਤੇ, ਜਿਹੜੀ ਕਿ ਬਹੁਤ ਵਧੀਆ ਗੱਲ ਹੈਗੀ ਆ ਜੀ। ਬਿਲਕੁਲ, ਕਾਫੀਆਂ ਨੂੰ ਜਿਹੜੀ ਉਮੀਦ ਇਸ ਵਕਤ ਢੇਰੀ ਢਾਈ ਬੈਠੇ ਸੀ ਉਹਨਾਂ ਨੂੰ ਇਨਵੀਟੇਸ਼ਨ ਜਿਹੜੇ ਆਏ ਆ ਤੇ ਇੱਕ ਵਾਰ ਫਿਰ ਤੋਂ ਜਿਹੜੀ ਆ ਉਹਨਾਂ ਨੂੰ PR ਪ੍ਰੋਸੈਸ ਨੂੰ ਲੈ ਕੇ ਥੋੜਾ ਸੌਖਾਲਾ ਰਾਹ ਹੋ ਗਿਆ। ਇਨਵੀਟੇਸ਼ਨ ਤਾਂ ਆ ਚੁੱਕੇ ਨੇ ਪਰ ਹੁਣ ਸਭ ਤੋਂ ਵੱਡਾ ਇਸ ਵਕਤ ਜੱਦੋਜਹਿਦ ਇਹ ਹੋਣੀ ਆ ਕਿ ਐਪਲੀਕੇਸ਼ਨਸ ਕਿਵੇਂ ਲਗਾਈਆਂ ਜਾਣ। ਹੁਣ ਕਈਆਂ ਨੇ ਪੂਲ 'ਚ ਫਾਈਲ ਤਾਂ ਪਾਈ ਹੋਈ ਸੀ, ਹੁਣ ਇਹ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਐਲੀਜੀਬਲ ਹੈਗੇ ਆ ਜਾਂ ਅਸੀਂ ਐਲੀਜੀਬਲ ਨਹੀਂ ਹੈਗੇ। ਪੁਆਇੰਟਸ ਤਾਂ ਇੰਨੇ ਜਾ ਰਹੇ ਨੇ ਪਰ ਕਿਹੜੀਆਂ ਕੰਡੀਸ਼ਨਸ ਤੋਂ ਮੀਟ ਕਰਨਾ। ਸੋ ਆਪਾਂ ਚਾਹਾਂਗੇ ਅੱਜ ਇਹਦੇ ਬਾਰੇ ਵਿੱਚ ਵੀ ਥੋੜੀ ਜਿਹੀ ਖੁੱਲ੍ਹ ਕੇ ਚਰਚਾ ਕੀਤੀ ਜਾਵੇ। ਬਿਲਕੁਲ ਜੀ ਇਹਦੇ ਬਾਰੇ ਕਿਉਂਕਿ ਹੁਣ ਕਈਆਂ ਨੂੰ ਉਮੀਦ ਨਹੀਂ ਸੀ ਇਨਵੀਟੇਸ਼ਨ ਆਉਣ ਦੀ ਤੇ ਇਨਵੀਟੇਸ਼ਨ ਮੈਂ ਦੱਸਦਾ ਇੰਨਾ ਈਜ਼ੀ ਇਨਵੀਟੇਸ਼ਨ ਆਇਆ ਕਿਉਂਕਿ ਇਹਦੇ ਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀਆਂ 2 ਰਿਕੁਆਇਰਮੈਂਟਸ ਹੀ ਹੁੰਦੀਆਂ ਹੈਗੀਆਂ ਜੀ, ਵੀ ਤੁਸੀਂ ਕੈਨੇਡਾ ਦੇ ਵਿੱਚ ਕੰਮ ਕੀਤਾ ਹੋਵੇ ਤੇ ਤੁਹਾਡਾ ਆਈਲੈਟਸ ਜਿਹੜਾ ਹੈਗਾ CLB ਲੈਵਲ ਉਹ 5 ਹੋਵੇ B ਕੈਟਾਗਰੀ ਵਾਸਤੇ ਤੇ ਉਹ ਤੇ A ਕੈਟਾਗਰੀ ਵਾਸਤੇ CLB 7 ਚਾਹੀਦਾ ਹੈ ਜੀ ਸਰ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ ਸਾਡੇ ਨਾਲ। ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਮੈਂ ਸਰੀ ਤੋਂ ਬੋਲਦਾ ਪਿਆ ਜੀ। ਜੀ ਸਰ। ਮੇਰਾ ਇੱਕ ਕੁਐਸਚਨ ਸੀਗਾ ਕਿ ਮੈਂ ਆਪਣਾ PR ਫਾਈਲ ਨੰਬਰ ਮੈਂ ਵੇਟ ਕਰਦਾ ਪਿਆ ਪਰ ਹੁਣ ਤੱਕ ਆਇਆ ਨਹੀਂ ਹੈਗਾ ਤੇ ਮੀਨਵਾਈਲ ਜਿਹੜਾ ਮੇਰਾ ਵਰਕ ਪਰਮਿਟ ਐਕਸਟੈਂਸ਼ਨ ਮੈਂ ਲੈਟਰ ਪਾਇਆ ਸੀਗਾ ਉਹਨਾਂ ਨੇ ਉਹ ਰਿਫਿਊਜ਼ ਕਰਤਾ ਤੇ ਉਹਨਾਂ ਨੇ ਕਿਹਾ ਕਿ ਜਿਹੜਾ PR ਦੇ ਤੁਸੀਂ ਐਪਲੀਕੇਸ਼ਨ ਭੇਜੀ ਉਹਦਾ ਕੋਈ ਪ੍ਰੂਫ ਭੇਜੋ। ਤੇ ਹੁਣ ਮੈਂ ਕੀ ਕਰਾਂ?
ਜੀ ਵਰਕ ਪਰਮਿਟ ਵੀ ਐਕਸਪਾਇਰ ਹੈਗਾ। ਜੀ 1 ਮਿੰਟ ਲਈ ਤੁਸੀਂ ਹੋਲਡ ਕਰਿਓ। ਹਰਕਿਰਨ ਜੀ, ਤੁਸੀਂ ਇਹਨਾਂ ਨੂੰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ? ਆਪਾਂ ਇਹ ਪੁੱਛਣਾ, ਇਹਨਾਂ ਨੇ ਪੀਆਰ ਦੀ ਐਪਲੀਕੇਸ਼ਨ ਕਦੋਂ ਲਾਈ ਸੀਗੀ? ਤੁਸੀਂ ਪੀਆਰ ਦੀ ਐਪਲੀਕੇਸ਼ਨ ਕਦੋਂ ਫਾਈਲ ਕੀਤੀ ਸੀ, ਕਦੋਂ ਲਗਾਈ ਸੀ? ਮੇਰੀ ਪੀਐਨਪੀ ਅਪਰੂਵ ਹੋਈ ਸੀਗੀ ਜੁਲਾਈ 2020 ਚ, ਤੇ ਪੀਆਰ ਦੀ ਐਪਲੀਕੇਸ਼ਨ ਜਿਹੜੀ ਕੈਨੇਡਾ ਪੋਸਟ ਦਾ ਰਿਕਾਰਡ ਦਿਖਾਉਂਦਾ ਉਹ ਕਹਿੰਦਾ ਕਿ 25 ਸਤੰਬਰ 2020 ਨੂੰ ਉਹਨਾਂ ਕੋਲ ਪਹੁੰਚ ਗਈ ਸੀਗੀ ਨੋਵਾ ਸਕੋਸ਼ੀਆ ਆਫਿਸ, ਬਟ ਹੁਣ ਤੱਕ ਕੋਈ ਏਆਰ ਨੰਬਰ ਨਹੀਂ ਆਇਆ, ਕੋਈ ਕੰਟੈਕਟ ਨਹੀਂ ਹੋ ਪਾਉਂਦਾ ਉਹਨਾਂ ਨਾਲ, ਤੇ ਨਾਲ ਇਹ ਰਿਫਿਊਜ਼ਲ ਦੇਦਾ ਕਿ ਪਰਮਿਟ ਐਕਸਟੈਂਡ ਨਹੀਂ ਕਰ ਸਕਦੇ, ਪੀਆਰ ਦਾ ਕੋਈ ਡਾਕੂਮੈਂਟ ਦਿਓ ਸਾਨੂੰ। ਜੀ ਸਰ, ਇਹਨਾਂ ਨੇ ਪੀਐਨਪੀ ਜੁਲਾਈ 2020 ਚ ਲਗਾਈ ਸੀ ਤੇ ਕਹਿ ਰਹੇ ਨੇ ਕਿ ਉੱਥੇ ਜਿਹੜੀ ਆ ਦਿਖਾਇਆ ਜਾ ਰਿਹਾ ਜਿਹੜਾ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਉਹ 25 ਸਤੰਬਰ 2020 ਨੂੰ ਉਹਨਾਂ ਨੂੰ ਪਹੁੰਚੀ ਹੈ, ਇਹ ਪ੍ਰਾਪਤ ਹੋਇਆ। ਆਪਾਂ ਇਹਨਾਂ ਨੂੰ ਟੀਵੀ ਸਕਰੀਨ ਤੇ ਆਨਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਸਰ। ਹਾਂਜੀ, ਇਹਦੇ ਵਿੱਚ ਇਹ ਹੁੰਦਾ ਜੀ, ਜਦੋਂ ਵੀ ਤੁਸੀਂ ਪਰਮਾਨੈਂਟ ਇਮੀਗ੍ਰੇਸ਼ਨ ਦੀ ਐਪਲੀਕੇਸ਼ਨ ਲਾਉਣੇ ਹੋ, ਚਾਹੇ ਐਕਸਪ੍ਰੈਸ ਐਂਟਰੀ ਦੀ ਹੋਵੇ ਚਾਹੇ ਪੀਐਨਪੀ ਦੇ ਵਿੱਚ ਹੋਵੇ, ਜਦੋਂ ਤੁਸੀਂ ਐਪਲੀਕੇਸ਼ਨ ਲਾ ਦਿੰਦੇ ਹੋ, ਕਿਉਂਕਿ ਜੇ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋ ਜਾਂਦਾ ਜੀ, ਵਰਕ ਪਰਮਿਟ ਐਕਸਪਾਇਰ ਹੋ ਜਾਂਦਾ ਹੈਗਾ, ਤਾਂ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ, ਤੁਸੀਂ ਬ੍ਰਿਜਿੰਗ ਵਰਕ ਪਰਮਿਟ ਵਾਸਤੇ ਅਪਲਾਈ ਕਰ ਸਕਦੇ ਹੈਗੇ ਜੀ। ਇਹਨਾਂ ਨੇ ਜਿਵੇਂ ਦੱਸਿਆ ਉਹ, ਕਿਉਂਕਿ ਉਹ ਜੇ ਤੁਹਾਡੇ 4 ਮਹੀਨੇ ਤੁਹਾਡੇ ਵਰਕ ਪਰਮਿਟ ਨੂੰ ਰਹਿੰਦੇ ਹੁਣ ਐਕਸਪਾਇਰ ਹੋਣ ਨੂੰ, ਤਾਂ ਵੀ ਤੁਸੀਂ ਉਹ ਅਪਲਾਈ ਕਰ ਸਕਦੇ ਹੈਗੇ। ਜਿਵੇਂ ਇਹਨਾਂ ਨੇ ਦੱਸਿਆ ਹੈਗਾ, ਇਹਨਾਂ ਦੀ ਸੈਪਟੈਂਬਰ ਦੀ ਐਪਲੀਕੇਸ਼ਨ ਆ, ਸੈਪਟੈਂਬਰ ਦੀ ਜੇ ਐਪਲੀਕੇਸ਼ਨ ਗਈ ਆ ਤਾਂ 3 ਤੋਂ 4 ਮਹੀਨੇ ਲੱਗਦੇ ਹੈਗੇ ਆ ਜੀ ਐਪਲੀਕੇਸ਼ਨ ਨੰਬਰ ਆਉਣ ਨੂੰ, ਇਹਨਾਂ ਨੂੰ ਫਾਈਲ ਨੰਬਰ ਆਉਣ ਨੂੰ ਜੀ। ਤੇ ਇਹਨਾਂ ਨੂੰ ਦੇਖਣਾ ਚਾਹੀਦਾ ਹੈਗਾ, ਇਹਨਾਂ ਦੀ ਐਪਲੀਕੇਸ਼ਨ ਜਿਵੇਂ ਦੱਸਦੇ ਆ ਵੀ ਉੱਥੇ ਪਹੁੰਚ ਗਈ ਹੈਗੀ, ਇਹਨਾਂ ਨੂੰ ਆਪਦੇ ਜਿਹੜੇ ਵੀ ਕੰਸਲਟੈਂਟ ਜਾਂ ਇਹਨਾਂ ਦੇ ਲਾਇਰ ਹੈਗੇ ਉਹਨਾਂ ਦੇ ਥਰੂ ਇਹਨਾਂ ਨੂੰ ਪਰਸਿਊ ਕਰਨਾ ਚਾਹੀਦਾ ਹੈਗਾ, ਉਹਨਾਂ ਨੂੰ ਵੈਬ ਫਾਰਮ ਪਾ ਕੇ ਦੇਖਣਾ ਚਾਹੀਦਾ ਇਹਨਾਂ ਦੀ ਐਪਲੀਕੇਸ਼ਨ ਕਦੋਂ ਰਿਸੀਵ ਹੋਈ ਹੈ, ਜਾਂ IRCC ਨੂੰ ਕਾਲ ਕਰ ਸਕਦੇ ਆ ਇਹ। ਤੇ ਉਸ ਤੋਂ ਬਾਅਦ ਇਹ ਐਲੀਜੀਬਲ ਹੈਗੇ, ਜਿਨ੍ਹਾਂ ਦੀ ਐਪਲੀਕੇਸ਼ਨ ਚਲੀ ਗਈ, ਇਹਨਾਂ ਨੂੰ ਫਾਈਲ ਨੰਬਰ ਆ ਗਿਆ, ਤਾਂ ਇਹ ਐਲੀਜੀਬਲ ਹੈਗਾ ਜੀ ਬ੍ਰਿਜਿੰਗ ਵਰਕ ਪਰਮਿਟ ਵਾਸਤੇ। ਇਹਨਾਂ ਨੂੰ ਜੇ ਫਰਦਰ ਇਨਫੋਰਮੇਸ਼ਨ ਚਾਹੀਦੀ ਹੈ, ਇਹ ਸਾਡੇ ਕਿਸੇ ਵੀ ਆਫਿਸ ਦੇ ਵਿੱਚ ਕੰਟੈਕਟ ਕਰ ਸਕਦੇ ਜੀ। ਸਾਡੇ ਨੈਕਸਟ ਕਾਲਰ ਸਾਡੇ ਨਾਲ ਜੁੜ ਗਏ ਨੇ, ਉਹਨਾਂ ਨਾਲ ਗੱਲ ਕਰ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਅਸੀਂ ਮੌਂਟਰੀਅਲ ਤੋਂ ਬੋਲਦੇ ਹਾਂ ਕਿ ਜਿੱਦਾਂ ਮੇਰੀ ਸਿਸਟਰ ਨੇ, ਜਿੱਦਾਂ ਉਹ ਪੰਜਾਬ ਤੋਂ ਆਈ ਸੀ, ਉਹਨੇ ਫਾਈਲ ਲਾਣੀ ਹੈਗੀ ਆ ਮੌਂਟਰੀਅਲ, ਜਿੱਦਾਂ ਉਹਨੇ ਮੂਵ ਹੋਣਾ ਹੈਗਾ ਟੋਰਾਂਟੋ ਤੋਂ ਫਾਈਲ ਲਾਣੀ ਆ, ਉਹਦੇ 454 ਪੁਆਇੰਟ ਹੈਗੇ ਆ, ਤੇ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਲੇਕਿਨ ਉਹ ਕੰਮ ਕਰਦੀ ਆ ਮੌਂਟਰੀਅਲ ਚ, ਜਿੱਦਾਂ ਹੁਣ ਘਰ 'ਚ ਅਸੀਂ ਕੰਮ ਕਰਦੇ ਹੈਗੇ ਆ, ਤੇ ਉਹਨੇ ਟੋਰਾਂਟੋ ਆ ਕੇ ਵੀ ਹੋਮ ਤੋਂ ਵਰਕ ਕਰਨਾ ਹੈਗਾ ਮੌਂਟਰੀਅਲ ਦੀ ਕੰਪਨੀ ਚੋਂ, ਕਿ ਜਦੋਂ ਉਹ ਮੂਵ ਹੋਊਗੀ ਉੱਥੇ ਕੀ ਉਹਨੂੰ ਲੀਜ਼ ਦਿਖਾਣੀ ਪੈਣੀ ਆ, ਕਿ ਕਿਆ ਹਿਸਾਬ ਕਿਤਾਬ ਉੱਥੇ ਏਦਾਂ ਕੁਛ ਇੰਟੈਂਟ ਕਰਨਾ ਹੈ ਕਿ ਅਸੀਂ ਮੂਵ ਹੋ ਰਹੇ ਟੋਰਾਂਟੋ? 1 ਮਿੰਟ ਲਈ ਹੋਲਡ ਕਰਿਓ। ਹਰਕਿਰਨ ਜੀ, ਤੁਹਾਨੂੰ ਸਵਾਲ ਸਮਝ ਆ ਗਿਆ? ਉਹਨਾਂ ਦਾ ਵਰਕ ਐਕਸਪੀਰੀਅੰਸ ਕਿੱਥੇ ਦਾ ਹੈਗਾ ਜੀ? 1 ਸਾਲ ਦਾ ਵਰਕ, ਜੇ ਉਹਨਾਂ ਦਾ 1 ਸਾਲ ਦਾ ਵਰਕ ਐਕਸਪੀਰੀਅੰਸ ਹੈਗਾ, ਉਹ ਫੈਡਰਲ ਦੇ ਅੰਡਰ ਵੀ ਅਪਲਾਈ ਕਰ ਸਕਦੇ ਆ। ਸਕਰੀਨ ਦੇ ਆਨਸਰ ਦਈਏ ਜਾਂ ਆਪਾਂ ਇਹਨਾਂ ਨੂੰ ਕੁਝ ਪੁੱਛਣਾ ਚਾਹੁੰਦੇ ਹਾਂ ਹੋਰ? ਨਹੀਂ, ਆਪਾਂ ਇਹਨਾਂ ਨੂੰ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਰ। ਹਾਂਜੀ, ਇਦਾਂ ਹੁੰਦਾ ਜੀ, ਕਈ ਜਿਵੇਂ ਹੈਗੇ 2 ਤਰ੍ਹਾਂ ਦੀ ਇਮੀਗ੍ਰੇਸ਼ਨ ਹੈ, ਇੱਕ ਤਾਂ ਫੈਡਰਲ ਦੀ ਹੈ ਕਿ ਹੈਗੀ ਹੈ ਕਿਊਬੈਕ ਜਾਂ ਪ੍ਰੋਵਿੰਸ਼ਨਲ ਨੋਮਨੀ ਪ੍ਰੋਗਰਾਮਸ ਹੋ ਜਾਂਦੀ ਆ। ਜੇ 1 ਸਾਲ ਦਾ ਐਕਸਪੀਰੀਅੰਸ ਕਰ ਲੈਂਦੇ ਹੈਗੇ, ਫੈਡਰਲ ਦੇ ਅੰਡਰ ਵੀ ਅਪਲਾਈ ਕਰ ਸਕਦੇ ਆ, ਉਹਦੇ ਚ ਮੈਟਰ ਨਹੀਂ ਕਰਦਾ ਇਹਨਾਂ ਦਾ ਐਕਸਪੀਰੀਅੰਸ ਕਿੱਥੇ ਦਾ ਹੈਗਾ। ਇਹ ਜੇ ਪ੍ਰੋਵਿੰਸ ਵਾਸਤੇ ਵੀ ਕੁਆਲੀਫਾਈ ਹੋ ਸਕਦੇ ਆ ਤੇ ਫੈਡਰਲ ਵਾਸਤੇ ਵੀ 1 ਸਾਲ ਦੇ ਐਕਸਪੀਰੀਅੰਸ ਵਾਸਤੇ ਹੋ ਸਕਦੇ ਆ। ਤੇ ਬਾਕੀ ਇਹਨਾਂ ਨੂੰ ਜਿਹੜਾ ਕ੍ਰਾਈਟੇਰੀਆ ਹਰੇਕ ਪ੍ਰੋਵਿੰਸ ਦਾ ਡਿਫਰੈਂਟ ਹੁੰਦਾ ਹੈਗਾ, ਉਹਦੇ ਵਾਸਤੇ ਸਾਡੇ ਬਰੰਪਟਨ ਆਫਿਸ ਦੇ ਵਿੱਚ ਕੰਟੈਕਟ ਕਰਕੇ ਅਸੀਂ ਇਹਨਾਂ ਨੂੰ ਫਰਦਰ ਇਨਫੋਰਮੇਸ਼ਨ ਉੱਥੋਂ ਦੇ ਸਕਦੇ ਜੀ। ਬਿਲਕੁਲ। ਤੇ ਸਰ, ਆਪਾਂ ਐਲੀਜੀਬਿਲਟੀ ਦੀ ਗੱਲ ਕਰ ਰਹੇ ਸੀ, ਤੁਸੀਂ ਦੱਸ ਰਹੇ ਸੀਗੇ ਕਿ ਕੀ ਇਹਦੇ ਲਈ ਕੁਆਲੀਫਿਕੇਸ਼ਨ, ਇਹਦੇ ਚ ਕੁਆਲੀਫਾਈ ਕਰਨ ਲਈ ਤੁਹਾਨੂੰ ਚਾਹੀਦਾ ਆ? ਹਾਂਜੀ, ਇਹਦੇ ਵਾਸਤੇ ਜਿਹੜਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਹੈਗੀ ਹੈ ਜੀ, ਬਹੁਤ ਈਜ਼ੀਲੀ ਤੁਸੀਂ ਇਹਦੇ ਵਾਸਤੇ ਕੁਆਲੀਫਾਈ ਕਰ ਸਕਦੇ ਹੈਗੇ। ਇਹਦੇ ਵਾਸਤੇ 2 ਰਿਕੁਆਇਰਮੈਂਟ ਹੁੰਦੀਆਂ ਨੇ, ਬੇਸਿਕਲੀ 1 ਸਾਲ ਦਾ ਤੁਹਾਡਾ ਐਕਸਪੀਰੀਅੰਸ ਹੋਵੇ, ਜਿਹੜੀ ਪਹਿਲੀ ਗੱਲ ਆ। ਮੈਂ ਇਹਦੇ ਬਾਰੇ ਹੋਰ ਦੱਸਣਾ ਚਾਹੁੰਦਾ ਹੈਗਾ, ਇਹੀ ਕਲਾਸ ਦੇ ਵਿੱਚ ਇੰਨਾ ਸੌਖਾ ਹੈ, ਜੇ ਤੁਹਾਡਾ ਪਾਰਟ ਟਾਈਮ ਐਕਸਪੀਰੀਅੰਸ ਵੀ ਹੈਗਾ ਤਾਂ ਵੀ ਤੁਸੀਂ ਇਹਦੇ ਵਾਸਤੇ ਕੁਆਲੀਫਾਈ ਕਰ ਸਕਦੇ ਹੈਗੇ। ਪਾਰਟ ਟਾਈਮ ਇਹਦੇ ਚ ਜਿਹੜੀ ਮੇਨ ਰਿਕੁਆਇਰਮੈਂਟ ਹੈ, ਇਹਦੇ ਚ ਕੰਬੀਨੇਸ਼ਨ ਉਹਨਾਂ ਨੇ ਦਿੱਤੇ ਹੋਏ ਹੈਗੇ ਆ ਜੀ। ਜਾਂ ਤਾਂ 1 ਸਾਲ ਦਾ ਤੁਹਾਡਾ ਪੂਰਾ 1 ਸਾਲ ਦਾ ਐਕਸਪੀਰੀਅੰਸ ਹੋਵੇ, ਜਿਹਦੇ ਚ 1560 ਘੰਟੇ ਬਣਦੇ ਹੈਗੇ ਆ ਜੀ। ਆਪਾਂ ਗੱਲ ਕਰਾਂਗੇ ਸਰ 1560 ਘੰਟਿਆਂ ਦੀ, ਤੁਸੀਂ ਗੱਲ ਕਰ ਰਹੇ ਹੋ ਕਿ ਬਣਨੇ ਚਾਹੀਦੇ ਆ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ, ਉਹਨਾਂ ਦਾ ਸਵਾਲ ਲੈ ਲਈਏ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਵਾਲ ਮੇਰਾ ਛੋਟਾ ਜਿਹਾ, ਇੰਡੀਆ ਦੇ ਜਾਂ ਕੰਮ ਕਰਨਾ ਹੋਵੇ ਕੈਨੇਡੀਅਨ ਸਿਟੀਜ਼ਨ ਨੂੰ ਕੋਈ ਹੈ ਉਹਦਾ? ਸਰ, ਤੁਸੀਂ ਕੀ ਸਵਾਲ ਕੀਤਾ, ਇੱਕ ਵਾਰੀ ਦੁਬਾਰਾ ਪੁੱਛੋਗੇ? ਤੁਹਾਡਾ ਵਿੱਚ ਆਵਾਜ਼ ਕੱਟ ਕੇ ਆ ਰਹੀ ਹੈ। ਇੰਡੀਆ ਤੋਂ ਆਪਾਂ ਇੱਥੇ ਪੀਆਰ ਕਾਰਡ ਲੈਣੇ ਆ ਕੇ ਕੈਨੇਡਾ ਰਾਈਟ, ਤੇ ਇੰਡੀਆ ਜਾਣਾ ਹੋਵੇ ਤੇ ਕੀ ਕਰਨਾ ਪਏਗਾ? ਸਿਟੀਜ਼ਨਸ਼ਿਪ ਲੈਣ ਲਈ ਇੰਡੀਆ ਦੀ ਸਿਟੀਜ਼ਨਸ਼ਿਪ ਲੈਣੀ ਹੋਵੇ, ਇੰਡੀਆ ਦੀ ਦੁਬਾਰਾ ਸਿਟੀਜ਼ਨਸ਼ਿਪ ਲੈਣੀ ਹੋਵੇ
ਹਾਂਜੀ, ਫਿਰ ਹਾਂਜੀ, ਸਰ ਹਾਂਜੀ। ਅੱਜ ਅਸੀਂ ਕੈਨੇਡੀਅਨ ਇਮੀਗ੍ਰੇਸ਼ਨ ਬਾਰੇ ਗੱਲਬਾਤ ਕਰ ਰਹੇ ਹਾਂ। ਕੈਨੇਡੀਅਨ ਇਮੀਗ੍ਰੇਸ਼ਨ ਬਾਰੇ ਕੋਈ ਸਵਾਲ ਹੈ ਤੁਹਾਨੂੰ ਸਾਨੂੰ ਪੁੱਛ ਸਕਦੇ ਹੋ। ਤੁਸੀਂ ਇੰਡੀਅਨ ਕੰਸਲਟੈਂਟ ਨਾਲ ਇਹਦੇ ਬਾਰੇ ਜਿਹੜੀ ਹੈ ਰਾਏ ਕਰ ਸਕਦੇ ਹੋ। ਸ਼ੁਕਰੀਆ ਬਹੁਤ ਬਹੁਤ। ਜੀ ਸਰ, ਇੱਕ ਕਾਲਰ ਹੋ ਜੁੜ ਗਏ ਨੇ, ਆਪਾਂ ਉਹਨਾਂ ਦਾ ਵੀ ਸਵਾਲ ਲੈ ਲਈਏ। ਹੈਲੋ। ਹੈਲੋ, ਹਾਂਜੀ ਕਰਨ ਪੁੱਤ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ? ਕੀ ਸਵਾਲ ਹੈ? ਅਸੀਂ ਐਕਸਪੋਰਟ ਤੋਂ ਬੋਲਦੇ ਹਾਂ ਜੀ। ਜੀ ਮੇਰੀ 19 ਦੀ ਫੈਰ ਲੱਗੀ ਹੋਈ ਹੈ ਜੀ। ਜੀ। ਤਾਂ ਮੈਂ ਆਪਣੀ ਪੀਰ ਲਈ ਵੇਟ ਕਰਦੀ ਹਾਂ। ਮੇਰੇ ਕਿੰਨਾ ਕੁ ਟਾਈਮ ਲੱਗੂਗਾ ਪੀਰ ਲਈ? ਤੁਹਾਡੀ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੇ ਅੰਡਰ ਲੱਗੀ ਹੋਈ ਆ ਜੀ? ਹਾਂਜੀ, ਮੇਰੀ ਜਿੱਦਾਂ ਫੈਮਿਲੀ ਬੇਸ ਤੇ, ਜਿੱਦਾਂ ਮੈਂ ਇਕੱਲੀ ਆ, ਜਿੱਦਾਂ ਮੇਰੀ ਇਕੱਲੀ ਦੀ, ਮੇਰੀ ਕੋਈ ਹੋਰ ਨਹੀਂ ਨਾਲ ਹੈਗਾ। ਮੈਨੂੰ ਜੀ ਤੁਹਾਡੇ ਬੇਟੇ ਜਾਂ ਬੇਟੀ ਨੇ ਤੁਹਾਡੀ ਕਿਹਨਾਂ ਨੇ ਲਗਾਈ ਹੈ ਫਾਈਲ? ਮੇਰੇ ਬੇਟੇ ਨੂੰ ਮੇਰੇ ਨੌ ਪੁੱਤਨ ਲਗਾਈ ਆ ਮੇਰੀ। ਜੀ ਕਿਸ ਬੇਸ ਦੇ ਉੱਤੇ ਲਗਾਈ ਹੋਈ ਹੈ ਜੀ? ਉਹਨਾਂ ਨੇ ਜਿੱਦਾਂ ਹਨਾ ਵੀ ਮਾਪੇ ਦੀ ਜਿਹੜੇ ਡਰਾ ਨਿਕਲਦੇ ਹੁੰਦੇ ਆ, ਡਰਾ ਦੇ ਵਿੱਚ ਲਗਾਈ ਹੈ ਜਾਂ ਇਸ ਤੋਂ ਇਲਾਵਾ ਲਗਾਈ ਹੈ ਉਹਨਾਂ ਨੇ? ਡਰਾ 'ਚ ਤੁਹਾਡਾ ਨਾਮ ਆਇਆ ਸੀ? ਜਾਂ ਜਿਹੜੀ 19 ਚ ਫੈਲਾਂ ਨਿਕਲੀਆਂ ਸੀ ਉਹ ਚ ਲੱਗੀ ਆ। ਮੈਨੂੰ ਜੀ ਇਦਾਂ ਨਹੀਂ ਇਹਦੇ ਸਰ, ਬਾਰੇ ਪੇਰੈਂਟਸ ਐਂਡ ਪਤਾ ਗ੍ਰੈਂਡ ਪੇਰੈਂਟਸ ਦੀ ਗੱਲ ਕਿੱਦਾਂ ਕਰ ਰਹੇ ਨੇ ਕਿ 2019 ਦੀ ਇਹਨਾਂ ਦੀ ਪੀਆਰ ਦੀ ਫਾਈਲ ਲੱਗੀ ਹੋਈ ਆ ਤੇ ਕਦੋਂ ਤੱਕ ਚਾਂਸਸ ਨੇ ਇਹਦੇ ਆਉਣ ਦੇ? ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ ਜਾਂ ਕੁਝ ਪੁੱਛਣਾ ਚਾਹੁੰਦੇ ਹੋ? ਆਪਾਂ ਇਹਨਾਂ ਨੂੰ ਪੁੱਛਣਾ, ਹੁਣ ਤੱਕ ਇਹਨਾਂ ਨੂੰ ਕੀ ਫਾਈਲ ਨੰਬਰ ਆਇਆ ਜਾਂ ਕੁਝ ਆਇਆ? ਇਹਨਾਂ ਨੂੰ ਪਤਾ ਵੀ ਕੋਈ ਲਾਸਟ ਕੀ ਆਈ ਹੈ? ਤੁਹਾਨੂੰ ਕੁਝ ਪਤਾ ਕਿ ਕੀ ਕੋਈ ਫਾਈਲ ਨੰਬਰ ਤੁਹਾਨੂੰ ਮਿਲ ਚੁੱਕਿਆ ਜਾਂ ਕੋਈ ਨਵੀਂ ਉਹਨਾਂ ਵੱਲੋਂ ਕੋਈ ਅਪਡੇਸ਼ਨ ਆਈ ਹੋਵੇ? ਜਾਂ ਮੇਰਾ ਮੈਡੀਕਲ ਵੀ ਹੋ ਗਿਆ, ਮੇਰੇ ਫਿੰਗਰਪ੍ਰਿੰਟ ਵੀ ਹੋ ਗਏ ਆ, ਪੁਲਿਸ ਰਿਪੋਰਟ ਵੀ ਹੋ ਗਈ ਆ। ਜੀ ਜੀ ਸਰ, ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ? ਆਪਾਂ ਟੀਵੀ ਸਕਰੀਨ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਦਰਸ਼ਕਾਂ ਨੂੰ ਬੇਨਤੀ ਹੈ ਕਿ ਜਦੋਂ ਸਾਡੇ ਨਾਲ ਤੁਸੀਂ ਗੱਲ ਕਰ ਰਹੇ ਹੁੰਦੇ ਹੋ, ਆਪਣੀ ਟੀਵੀ ਸਕਰੀਨ ਦੀ ਆਵਾਜ਼ ਤੋਂ ਤੁਸੀਂ ਪਲੀਜ਼ ਥੋੜਾ ਜਿਹਾ ਘੱਟ ਕਰ ਦਿਆ ਕਰੋ, ਕਿਉਂਕਿ ਨਾ ਤਾਂ ਤੁਹਾਨੂੰ ਸਾਡੀ ਆਵਾਜ਼ ਕਲੀਅਰ ਸੁਣਾਈ ਦਿੰਦੀ ਹੈ, ਨਾ ਸਾਨੂੰ ਤੁਹਾਡਾ ਸਵਾਲ ਸੁਣਾਈ ਦਿੰਦਾ। ਸਰ, ਇੱਕ ਦਰਸ਼ਕ ਪਹਿਲਾਂ ਹੋ ਜੁੜ ਗਏ ਨੇ, ਆਪਾਂ ਉਹਨਾਂ ਦਾ ਵੀ ਸਵਾਲ ਲੈ ਲਈਏ, ਫਿਰ ਆਪਾਂ ਇਕੱਠੇ ਰਿਪਲਾਈ ਕਰਦੇ ਹਾਂ। ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ ਮੈਮ, ਮੈਂ ਸਰੀ ਤੋਂ ਹੀ ਗੱਲ ਕਰ ਰਹੀ ਹਾਂ। ਜੀ। ਤੇ ਅਸੀਂ ਇੱਥੇ, ਮੇਰੇ ਹਸਬੰਡ ਕਲੋਜ਼ ਵਰਕ ਪਰਮਿਟ ਤੇ, ਮੈਂ ਓਪਨ ਤੇ ਕੰਮ ਕਰ ਰਹੀ ਹਾਂ। ਅਸੀਂ 20 ਜੁਲਾਈ ਨੂੰ ਪੇਪਰ ਬੇਸਡ ਪੀਐਨਪੀ ਅਪਲਾਈ ਕੀਤੀ ਸੀ ਪੀਆਰ ਲਈ, ਬਟ ਸਟਿਲ ਹਜੇ ਤੱਕ ਸਾਡੀ ਏਓਆਰ ਨਹੀਂ ਆਈ। ਇਹਦਾ ਕੀ ਰੀਜ਼ਨ ਹੋ ਸਕਦਾ ਹੈ? ਸਾਡੇ ਬਾਇਓਮੈਟ੍ਰਿਕਸ ਹੋਏ ਹੋਏ ਆ। ਕਦੋਂ ਅਪਲਾਈ ਕੀਤੀ ਸੀ ਤੁਸੀਂ? 20th July 2020, ਲਾਸਟ ਈਅਰ। ਜੀ। ਇਟਸ ਬੀਨ 6 months ਜੀ, ਇੱਕ ਮਿੰਟ ਲਈ ਹੋਲਡ ਕਰਿਓ। ਹਰਕਿਰਨ ਜੀ, ਕੁਝ ਪੁੱਛਣਾ ਚਾਹੁੰਦੇ ਹੋ ਜਾਂ ਆਪਾਂ ਆਨਸਰ ਦਈਏ? ਨਹੀਂ, ਆਪਾਂ ਆਨਸਰ ਦੇ ਦਿੰਦੇ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ। ਸਰ, ਇੱਕ ਕਾਲਰ ਹੋ ਜੁੜ ਗਏ ਨੇ, ਆਪਾਂ ਇੱਕ ਵਾਰੀ ਕਾਲ ਸਾਰੀਆਂ ਅਟੈਂਡ ਕਰ ਲਈਏ। ਹੈਲੋ। ਹੈਲੋ ਜੀ, ਸ਼ਾਇਦ ਫੋਨ ਡਿਸਕਨੈਕਟ ਹੋ ਗਿਆ ਜੀ। ਪਹਿਲਾਂ ਜਿਨ੍ਹਾਂ ਨੇ ਐਪਰਟਸਫੋਰਡ ਤੋਂ ਕਾਲ ਕੀਤੀ ਸੀ, 2019 ਦੀ ਮੈਮ ਦੀ ਪੀਆਰ ਦੀ ਫਾਈਲ ਬੱਚਿਆਂ ਨੇ ਲਗਾਈ ਹੋਈ ਹੈ। ਮੈਡੀਕਲ ਹੋ ਗਿਆ, ਫਿੰਗਰਪ੍ਰਿੰਟਸ ਹੋ ਗਏ, ਪੀਸੀਸੀ ਹੋ ਗਈ, ਤੇ ਅਜੇ ਤੱਕ ਕੋਈ ਅੱਗੇ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਆਈ। ਹਾਂਜੀ, ਜੇ 2019 ਦੀ ਫਾਈਲ ਆਈ ਹੈ ਜੀ, ਠੀਕ ਪ੍ਰੋਸੈਸ ਚੱਲ ਰਿਹਾ। ਜਿਵੇਂ ਇਹਨਾਂ ਨੇ ਮੈਡੀਕਲ ਹੋ ਗਿਆ, ਫਿੰਗਰਪ੍ਰਿੰਟਸ ਹੋ ਗਏ ਨੇ, ਤੇ ਮਤਲਬ ਉਹ ਔਨ ਟਰੈਕ ਹੈਗੀ ਇਹਨਾਂ ਦੀ ਫਾਈਲ, ਤੇ ਇਹਨਾਂ ਨੂੰ ਛੇਤੀ ਹੀ ਕੋਈ ਫਰਦਰ ਇਨਫੋਰਮੇਸ਼ਨ ਆਊਗੀ। ਪ੍ਰੋਸੈਸਿੰਗ ਵਿੱਚੋਂ ਸਲੋ ਹੋਈ ਸੀਗੀ, ਪਰ ਇਹਨਾਂ ਦਾ ਜਿਹੜਾ ਟਾਈਮ ਫਰੇਮ ਦੇ ਵਿੱਚ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ ਵਿਦਨ ਫਰੇਮ ਹੈਗਾ, ਤਾਂ ਇਹਨਾਂ ਨੂੰ ਮਤਲਬ ਛੇਤੀ ਹੀ ਕੋਈ ਫਰਦਰ ਅੱਗੇ ਇਨਫੋਰਮੇਸ਼ਨ ਆਊਗੀ, ਇਹਨਾਂ ਨੂੰ ਕੁਝ ਕਰਨ ਦੀ ਜ਼ਰੂਰਤ। ਜੀ ਬਿਲਕੁਲ। ਇਸ ਤੋਂ ਬਾਅਦ ਸਰੀ ਤੋਂ ਜਿਨ੍ਹਾਂ ਦੀ ਹੁਣੀ ਕਾਲ ਆ ਕੇ ਹਟੀ, ਉਹ ਪੁੱਛਣਾ ਚਾਹੁੰਦੇ ਨੇ ਕਿ ਪੀਐਨਪੀ ਜੁਲਾਈ 2020 ਚ ਉਹਨਾਂ ਦੀ ਲੱਗੀ ਸੀ, ਏਓਆਰ ਅਜੇ ਤੱਕ ਨਹੀਂ ਆਈ, ਬਾਇਓਮੈਟ੍ਰਿਕਸ ਉਹਨਾਂ ਦੇ ਹੋ ਚੁੱਕੇ ਨੇ। ਹਾਂਜੀ, ਇਹਦੇ ਵਿੱਚ ਇਹ ਹੈਗਾ ਕਿ ਮੈਂ ਬੀਸੀ ਦਾ ਹੋਰ ਦੱਸਣਾ ਚਾਹੁੰਦਾ ਹੈਗਾ ਜੀ। ਬੀਸੀ ਨੇ ਕਈ ਇਹਦੇ ਵਿੱਚ ਨਾ, ਆਪਾਂ ਇਹਦੇ ਬਾਰੇ ਅੱਗੇ ਜਾ ਕੇ ਗੱਲ ਕਰਾਂਗੇ, ਕਿਉਂਕਿ ਬੀਸੀ ਦੇ ਵਿੱਚ ਕਾਫੀ ਪ੍ਰੋਬਲਮ ਆ ਰਹੀ ਹੈ, ਖਾਸ ਕਰਕੇ ਸਟੂਡੈਂਟਸ ਨੂੰ ਜਾਂ ਹੋਰ ਕਈ ਕੈਟਾਗਰੀਜ਼ ਦੇ ਵਿੱਚ, ਕਿਉਂਕਿ ਬੀਸੀ ਦੇ ਵਿੱਚ ਕਈ ਕੈਟਾਗਰੀਜ਼ ਇਹਨਾਂ ਨੇ ਐਕਸਕਲੂਡ ਕੀਤੀਆਂ ਨੇ। ਐਕਸਕਲੂਡ ਕਰਕੇ ਤੇ ਬਾਕੀ ਜਿਹੜੀਆਂ ਹੋਰ ਫਾਈਲਸ ਸੀਗੀਆਂ ਟੈਕ ਪ੍ਰੋਗਰਾਮ ਤੋਂ ਬਿਨਾਂ, ਬਾਕੀ ਸਾਰੀਆਂ ਫਾਈਲਸ ਕਾਫੀ ਸਲੋ ਕੀਤੀਆਂ ਹੋਈਆਂ ਹੈਗੀਆਂ ਜੀ। ਉਹਨਾਂ ਦੇ ਇਹਨਾਂ ਦੀ, ਕਿਉਂਕਿ ਇਹਨਾਂ ਦੇ ਜਿਹੜੇ ਹੈਗੇ ਆ ਸਟੇਟਸ, ਇਹਨਾਂ ਦਾ ਸਾਰਾ ਦੇਖਣਾ ਪੈਣਾ। ਸਾਡੇ ਸਰੀ ਆਫਿਸ ਦੇ ਵਿੱਚ ਫੋਨ ਕਰ ਲੈਣ, ਅਸੀਂ ਉਹਨਾਂ ਨੂੰ ਫਰਦਰ ਅੱਗੇ ਦੱਸ ਸਕਦੇ ਹੈਗੇ ਆ ਵੀ ਇਹਨਾਂ ਦੀ ਪ੍ਰੋਸੈਸਿੰਗ ਕਿੱਥੇ ਹੈਗੀ ਹੈ ਤੇ ਕਿੰਨਾ ਟਾਈਮ ਲੱਗ ਸਕਦਾ ਹੈਗਾ। ਬਿਲਕੁਲ ਜੀ। ਤੇ ਸਰ, ਆਪਾਂ ਗੱਲਬਾਤ ਕਰ ਰਹੇ ਸੀ, ਜਿਹੜੇ ਤੁਸੀਂ ਦੱਸ ਰਹੇ ਸੀ ਕਿ ਕਿੰਨੇ ਆਵਰਸ ਜਿਹੜੇ ਆ ਉਹ ਮਿਨੀਮਮ ਚਾਹੀਦੇ ਨੇ ਕਿ ਇਸ ਤੁਸੀਂ ਪ੍ਰੋਸੈਸ ਲਈ ਐਲੀਜੀਬਲ ਹੋ ਸਕੋ। ਗੱਲ ਕਰਾਂਗੇ ਇਹਦੇ ਬਾਰੇ ਚ। ਇੱਕ ਦਰਸ਼ਕ ਪਹਿਲਾਂ ਹੋ ਜੁੜ ਗਏ ਨੇ, ਆਪਾਂ ਉਹਨਾਂ ਦਾ ਸਵਾਲ ਲੈ ਲਈਏ। ਹੈਲੋ। ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਐਡਮਿੰਟ। ਹੈਲੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਐਡਮਿੰਟਨ ਤੋਂ ਬੋਲ ਰਹੀ ਹਾਂ ਜੀ। ਮੇਰੀ ਨਾ ਐਕਸਟਰਾ ਸਾਇੰਟੀਫਿਕ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਫਾਈਲ ਲੱਗੀ ਹੋਈ ਹੈ ਜਨਵਰੀ 2020 ਦੀ ਜੀ। ਜੀ। ਮੇਰੇ ਬਾਇਓਮੈਟ੍ਰਿਕਸ ਵੀ 2 ਦਸੰਬਰ 2020 ਨੂੰ ਹੋ ਗਏ ਸੀ, ਬਟ ਹਾਲੇ ਤੱਕ ਕੋਈ ਅਪਡੇਟ ਨਹੀਂ ਹੈਗੀ। ਕਿੰਨਾ ਕੁ ਟਾਈਮ ਲੱਗ ਸਕਦਾ? ਹੋਰ ਮੈਂ ਕਨਫਰਮ ਕਰਨਾ ਸੀ ਜੀ। ਇੱਕ ਮਿੰਟ ਲਈ ਤੁਸੀਂ ਹੋਲਡ ਕਰਿਓ। ਜੀ ਹਰਕਿਰਨ ਜੀ, ਸਵਾਲ ਸਮਝ ਆ ਗਿਆ? ਕੁਝ ਪੁੱਛਣਾ ਚਾਹੁੰਦੇ ਹੋ ਜਾਂ ਆਪਾਂ ਆਨਸਰ ਦਈਏ?
ਆਪਾਂ ਇਹਨਾਂ ਨੇ ਜੇ ਆਨਲਾਈਨ ਕਰੇ ਬਾਹਰ ਚੈੱਕ ਕੀਤੀ ਸੀ ਵੀ ਕਿੰਨੇ ਪਰਸੈਂਟ ਇਹਨਾਂ ਦੀ ਫਾਈਲ ਦਿਖਾ ਰਹੇ ਨੇ ਉਹ ਤੁਹਾਨੂੰ ਕੋਈ ਮਤਲਬ ਅਪਡੇਸ਼ਨ ਕਿੱਥੇ ਦੇ ਬਾਰੇ ਤੱਕ? ਜਾਣਕਾਰੀ ਹੈ ਕਿੰਨੇ ਪਰਸੈਂਟ ਤੱਕ ਤੁਹਾਡੀ ਫਾਈਲ ਕੰਪਲੀਟ ਹੋ ਚੁੱਕੀ ਹੈ? ਨਹੀਂ, ਮੈਂ IRCTC ਕਾਲ ਕੀਤੀ ਸੀ, ਉਹਨਾਂ ਨੇ ਤਾਂ ਮੈਨੂੰ ਇਹੀ ਕਿਹਾ ਕਿ ਐਵਰੀਥਿੰਗ ਇਜ਼ ਓਕੇ ਤੇ ਡਿਊ ਟੂ ਕੋਵਿਡ ਮਤਲਬ ਹੈ ਨਾ। ਜੀ ਤੇ ਮੈਨੂੰ ਇਹ ਲੱਗਦਾ ਕਿ ਕਿੱਦਾਂ ਇਹਨਾਂ ਕੋਲ ਐਕਸਪੀਰੀਅੰਸ ਹੈ ਇਹਨਾਂ ਨੂੰ ਕਿ ਫਾਈਲਸ ਦੀ ਕਿਹੜੇ ਮੰਥ ਦੀਆਂ ਨੇ ਅਪਡੇਟਸ ਆ ਰਹੀਆਂ ਨੇ। ਜੀ ਸਰ, ਇਸ ਤੋਂ ਇਲਾਵਾ ਇਹਨਾਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਹੈਗੀ ਹੈ। ਨਹੀਂ, ਆਪਾਂ ਇਹਨਾਂ ਨੂੰ ਆਨਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਕਾਲਰ ਇੱਕ ਹੋਰ ਜੁੜ ਗਏ ਨੇ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸੂਈ ਤੋਂ ਬੋਲ ਰਹੀ। ਮੇਰਾ ਸਵਾਲ ਇਹ ਹੈ ਜੀ, ਮੇਰਾ PR ਕਾਰਡ ਗੁੰਮ ਹੋ ਗਿਆ ਸੀ ਜੀ ਹਾਂ, ਮੈਂ ਪੁਲਿਸ ਥਾਣੇ ਰਿਪੋਰਟ ਕਰਾ ਕੇ ਤੇ ਅਪਲਾਈ ਕਰਤਾ। ਜੀ ਅਪਲਾਈ ਕਰਕੇ ਮੈਂ ਇੰਡੀਆ ਚਲੇ ਗਿਆ 6.5 ਮਹੀਨਿਆਂ ਵਾਸਤੇ। ਜੀ ਉੱਥੋਂ ਜਦੋਂ ਮੈਂ ਵਾਪਸ ਕਿਤੇ ਆਇਆ, ਮੇਰੇ ਮਗਰੋਂ ਕਾਰਡ ਆ ਗਿਆ ਡਾਕਖਾਨੇ 'ਚ ਤੇ ਮੇਰਾ ਇੱਥੇ ਕੋਈ ਪਰਿਵਾਰ ਦਾ ਮੈਂਬਰ ਹੈ ਨਹੀਂ ਸੀ ਤੇ ਉਹ ਕਾਰਡ ਉਹਨਾਂ ਨੇ ਵਾਪਸ ਕਰਤਾ। ਜਦੋਂ ਵਾਪਸ ਕਰਤਾ ਮੈਂ ਆ ਕੇ ਪਤਾ ਕਰਿਆ ਤਾਂ ਮੈਂ ਉਹਨਾਂ ਨੂੰ ਫੋਨ ਕਰਨ ਦੀ ਗਲਤੀ ਕਰ ਗਿਆ। ਮੈਂ ਦੁਬਾਰਾ ਫੇਰ ਅਪਲਾਈ ਕਰਤਾ। ਓਕੇ। ਜਦੋਂ ਦੁਬਾਰਾ ਅਪਲਾਈ ਕਰਤਾ ਮੈਨੂੰ ਤਾਂ ਉਹਨਾਂ ਨੇ ਮੰਗਿਆ 5 ਸਾਲ ਦਾ ਰੈਕਡ ਵੀ ਤੂੰ ਕਿੱਥੇ ਰਿਹਾ, ਉਹ ਮੈਂ ਸਾਰਾ ਭੇਜਤਾ ਜੀ। ਤੇ ਹੁਣ ਮੈਂ ਜਦੋਂ ਕੰਪਲੇਨ ਉਹਨਾਂ ਨੂੰ ਪੁੱਛਦਾ, ਉਹ ਕਹਿੰਦੇ ਵੀ ਤੇਰਾ ਪ੍ਰੋਸੈਸ 'ਚ ਪਾਤਾ, ਪ੍ਰੋਸੈਸ ਚੱਲਦਾ। 4 ਸਾਲ ਹੋ ਗਏ ਜੀ, 4.5 ਸਾਲ ਹੋ ਗਏ। ਕੀ ਇੰਨਾ ਲੰਮਾ ਪ੍ਰੋਸੈਸ ਹੁੰਦਾ ਇਹਦਾ ਜਾਂ ਕਿਸੇ ਉਹਦੇ ਬਾਰੇ ਮੈਨੂੰ ਕੀ ਕਰਨਾ ਚਾਹੀਦਾ? ਜੀ 1 ਮਿੰਟ ਲਈ ਤੁਸੀਂ ਹੋਲਡ ਕਰਿਓ। ਹਰਕਿਰਨ ਜੀ, ਸਵਾਲ ਸਮਝ ਆ ਗਿਆ? ਕੁਝ ਪੁੱਛਣਾ ਚਾਹੁੰਦੇ ਹੋ ਤੁਸੀਂ? ਨਹੀਂ, ਆਪਾਂ ਇਹਨਾਂ ਨੂੰ ਆਨਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਨੈਕਸਟ ਕਾਲਰ ਜੁੜ ਗਏ ਨੇ। ਹੈਲੋ ਹੈਲੋ, ਹਾਂਜੀ, ਕੀ ਪੁੱਛਣਾ ਚਾਹੁੰਦੇ ਹੋ? ਕਿੱਥੋਂ ਬੋਲ ਰਹੇ ਹੋ ਸਰ? ਹੈਲੋ ਜੀ, ਸ਼ਾਇਦ ਦਰਸ਼ਕ ਸਾਨੂੰ ਟੀਵੀ ਸਕਰੀਨ ਤੇ ਜ਼ਿਆਦਾ ਸੁਣਦੇ ਨੇ। ਤੁਸੀਂ ਪਲੀਜ਼ ਜਦੋਂ ਕਾਲ ਕਰਦੇ ਹੋ ਤਾਂ ਫੋਨ ਤੇ ਡਾਇਰੈਕਟਲੀ ਸਾਡੇ ਨਾਲ ਗੱਲ ਕਰਿਆ ਕਰੋ। ਐਡਵੈਂਟਰ ਤੋਂ ਜਿਨ੍ਹਾਂ ਦੀ ਕਾਲ ਆਈ ਸੀ ਸਰ, ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਉਹਨਾਂ ਦੀ ਫਾਈਲ ਜਨਵਰੀ 2020 ਦੀ ਜਿਹੜੀ ਲੱਗੀ ਹੋਈ ਹੈ ਤੇ ਅਜੇ ਤੱਕ ਕੋਈ ਅਪਡੇਸ਼ਨ ਨਹੀਂ ਆਈ। ਹਾਂਜੀ, ਜਿਹੜੀ ਆਮ ਵੈਸੇ ਇਹ ਹੁੰਦਾ ਜੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਪ੍ਰੋਸੈਸਿੰਗ ਟਾਈਮ ਜਿਹੜਾ ਸੀਗਾ ਆਮ 8 ਤੋਂ 9 ਮਹੀਨੇ ਲੱਗਦੇ ਹੁੰਦੇ ਆ। ਕਈ ਵਾਰ ਆਮ ਕਈ ਜਿਹੜੇ ਹੁੰਦੇ ਆ ਕੇਸਿਸ ਜਿਹੜੇ ਹੁੰਦੇ ਆ 30% ਉਹ 6 ਮਹੀਨੇ ਦੇ ਵਿੱਚ ਵੀ ਹੋ ਜਾਂਦੇ ਆ। ਇਹਦੇ 'ਚ ਮੈਟਰ ਇਹ ਬਹੁਤ ਕਰਦਾ ਕਿਉਂਕਿ ਹਰ ਇੰਡੀਵਿਜੂਅਲ ਦਾ ਕੇਸ ਡਿਫਰੈਂਟ ਹੁੰਦਾ। ਇਹਦੇ 'ਚ ਇਹ ਹੁੰਦਾ ਵੀ ਤੁਹਾਡਾ ਵਰਕ ਐਕਸਪੀਰੀਅੰਸ ਕਿਵੇਂ ਆ। ਉਹਨਾਂ ਨੇ ਵਰਕ ਐਕਸਪੀਰੀਅੰਸ ਦੀ ਵੈਰੀਫਿਕੇਸ਼ਨ ਕਰਨੀ ਹੁੰਦੀ ਆ ਜੀ, ਉਹਦੇ ਤੇ ਕਾਫੀ ਟਾਈਮ ਲੱਗ ਜਾਂਦਾ ਹੈਗਾ। ਜਿਵੇਂ ਇਹਨਾਂ ਨੇ ਦੱਸਿਆ ਹੈਗਾ ਵੀ ਇਹਨਾਂ ਨੂੰ ਇੰਨਾ ਟਾਈਮ ਹੋ ਗਿਆ ਹੈਗਾ ਤੇ ਉਹਦੇ ਵਿੱਚ ਆਮ ਤਾਂ ਇਹ ਹੁੰਦਾ ਸੀ ਜਦੋਂ ਵੀ ਤੁਸੀਂ ਐਕਸਪ੍ਰੈਸ ਐਂਟਰੀ ਦੀ ਕੋਈ ਵੀ ਪ੍ਰੋਫਾਈਲ ਹੁੰਦੀ ਸੀ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਸੀ ਕਿ ਤੁਹਾਡਾ ਸਟੇਟਸ ਕੀ ਹੈਗਾ, ਕਿੰਨੇ ਪਰਸੈਂਟ ਇਹ ਹੋਈ ਹੈਗੀ ਆ। ਇਹਦੇ ਵਿੱਚ ਮੇਨ ਤਾਂ ਇਹਨਾਂ ਨੂੰ ਜਿਵੇਂ ਹੁਣ ਕਿਉਂਕਿ ਕੋਵਿਡ ਕਰਕੇ ਡੈਫੀਨਿਟਲੀ ਜਿਹੜਾ ਹੈਗਾ ਕਾਫੀ ਸਲੋ ਹੋਇਆ ਹੈਗਾ। ਈਵਨ ਕਈ ਵਾਰ ਉਹ ਹੋ ਜਾਂਦੇ ਆ ਡਿਸੀਜਨ ਮੇਡ ਵੀ ਆ ਜਾਂਦਾ ਹੈਗਾ, ਪਰ ਉਸ ਤੋਂ ਬਾਅਦ ਵੀ ਟਾਈਮ ਲੱਗਦਾ ਹੈਗਾ। ਤੇ ਇਹਨਾਂ ਨੂੰ ਆਪਦੇ ਜਿਹੜਾ ਵੀ ਇਹਨਾਂ ਦਾ ਕੰਸਲਟੈਂਟ ਹੈਗਾ ਜੇ ਉਹਨਾਂ ਦੇ ਥਰੂ ਇਹਨਾਂ ਨੂੰ ਵੈਬ ਫਾਰਮ ਪਾਉਣਾ ਚਾਹੀਦਾ, ਅਪਡੇਟ ਲੈਣੀ ਚਾਹੀਦੀ ਹੈ ਵੀ ਇਹਨਾਂ ਦੀ ਫਾਈਲ ਕਿੱਥੇ ਆ। ਜੇ ਐਡਮਿੰਟਨ 'ਚ ਸਾਡੇ ਐਡਮਿੰਟਨ ਆਫਿਸ ਵੀ ਕਾਲ ਕਰ ਸਕਦੇ ਹੈਗੇ ਜੀ। ਤੇ ਸਰ ਨੈਕਸਟ ਸੁਖਦੇਵ ਸਿੰਘ ਜੀ ਦੀ ਕਾਲ ਆਈ ਸੀ ਜਿਹੜੇ ਪੁੱਛਣਾ ਚਾਹੁੰਦੇ ਨੇ ਕਿ PR ਕਾਰਡ ਨੂੰ ਲੈ ਕੇ ਜਿਹੜਾ ਉਹਨਾਂ ਨੂੰ ਇਸ ਵਕਤ ਇੰਨਾ ਚੱਕਰ ਪੈ ਰਿਹਾ ਵਾ ਉਹਦਾ ਕੀ ਕੀਤਾ ਜਾਵੇ। ਹਾਂਜੀ, ਇਹਨਾਂ ਨੇ ਇਹਦੇ ਵਿੱਚ ਇਦਾਂ ਜਿਹਾ ਹੈਗਾ ਜੀ, ਇਹਨਾਂ ਦੇ ਕੇਸ ਦੇ ਵਿੱਚ ਕਿਉਂਕਿ ਜਿਵੇਂ ਇਹਨਾਂ ਨੇ ਦੱਸਿਆ ਹੈਗਾ ਉਹ ਕੰਪਲਿਕੇਸ਼ਨਸ ਇਹ ਆਈਆਂ ਵੀ ਉਹਨਾਂ ਨੇ PR ਕਾਰਡ ਹੋ ਗਿਆ, ਇਹਨਾਂ ਨੂੰ PR ਕਾਰਡ ਭੇਜਤਾ ਸੀਗਾ, ਇਹ ਇੱਥੇ ਨਹੀਂ ਸੀਗੇ। ਇਹਨਾਂ ਨੇ ਉਸ ਤੋਂ ਬਾਅਦ ਦੁਬਾਰਾ ਫਿਰ ਐਪਲੀਕੇਸ਼ਨ ਲਾਤੀ। ਉਹ ਜਿਹੜੀ ਦੁਬਾਰਾ ਐਪਲੀਕੇਸ਼ਨ ਲਾਈ ਆ ਉਹਦੇ ਵਿੱਚ ਹੁਣ ਇਹ ਦੇਖਣਾ ਪੈ ਗਿਆ ਵੀ ਇਹਨਾਂ ਨੇ ਕੀ ਇਨਫੋਰਮੇਸ਼ਨ ਦਿੱਤੀ ਆ ਵੀ ਇੱਕ ਤਾਂ ਇਹਨਾਂ ਦਾ PR ਕਾਰਡ ਐਕਸਪਾਇਰ ਹੋਇਆ ਸੀ ਜਾਂ ਦੂਜਾ ਜਿਹੜਾ PR ਕਾਰਡ ਸੀਗਾ ਉਹਦੇ 'ਚ ਕੀ ਸੀਗਾ ਕਿਉਂਕਿ ਵਿਦਨ ਇਹਨਾਂ ਨੇ ਦਾ ਟਾਈਮ ਇਹਨਾਂ ਨੇ ਫੋਨ ਵੀ ਕਰ ਲਿਆ ਸੀ। ਉਹ ਫੋਨ ਤੇ ਇਹਨਾਂ ਨੇ ਕੀ ਇਨਫੋਰਮੇਸ਼ਨ ਦਿੱਤੀ ਆ ਤਾਂ ਮੇਨ ਇਹਨਾਂ ਦਾ ਇਹ ਕਰਦਾ ਵੀ ਲਾਸਟ ਜਿਹੜੀ ਐਪਲੀਕੇਸ਼ਨ ਭਰੀ ਹੈਗੀ ਆ ਉਹਦੇ ਵਿੱਚ ਇਹਨਾਂ ਨੇ ਕੀ ਭਰੀ ਆ, ਉਹਦੇ 'ਚ ਇਨਫੋਰਮੇਸ਼ਨ ਕੀ ਪ੍ਰੋਵਾਈਡ ਕੀਤੀ ਆ ਪਹਿਲੇ 2 ਜਿਹੜੇ ਇਹਨਾਂ ਦੇ PR ਕਾਰਡ ਸੀਗੇ। ਤੇ ਇਹਨਾਂ ਨੂੰ ਇਹੀ ਚਾਹੀਦਾ ਹੈਗਾ ਵੀ ਜਿਹੜੇ ਵੀ ਕੰਸਲਟੈਂਟ ਤੋਂ ਜਾਂ ਜਿਨ੍ਹਾਂ ਨੂੰ ਵੀ ਇਹਨਾਂ ਨੇ ਅਪਲਾਈ ਕੀਤਾ ਸੀਗਾ ਜਾਂ ਇਹਨਾਂ ਦੀ ਫੈਮਿਲੀ ਨੇ ਕੀਤਾ ਸੀ ਉਹ ਇੱਕ ਵਾਰ ਇਹਨਾਂ ਨੂੰ ਇਨਕੁਆਇਰੀ ਫਾਰਮ ਪਾ ਕੇ ਉਹ ਇਹਨਾਂ ਤੋਂ ਇਨਫੋਰਮੇਸ਼ਨ ਸਾਰੀ ਲੈਣ ਵੀ ਮਤਲਬ ਇਹਨਾਂ ਦੀ ਪ੍ਰੋਸੈਸਿੰਗ ਕੀ ਚੱਲ ਰਹੀ ਹੈ ਜਾਂ ਕਿੱਥੇ ਹੋਇਆ ਹੈਗਾ। ਤੇ ਦੂਸਰੀ ਗੱਲ ਜਿਹੜੀ ਇਹਨਾਂ ਨੇ ਕਿਹਾ ਸੀ ਵੀ ਇਹਨਾਂ ਦਾ 5 ਸਾਲ ਦਾ ਜਿਹੜਾ ਸੀਗਾ ਟਾਈਮ ਇਹਨਾਂ ਨੇ ਜਿਹੜਾ ਉਹ ਭੇਜਿਆ ਹੈਗਾ ਉਹਦੇ ਵਿੱਚੋਂ ਇਹ ਵੀ ਇੱਕ ਗੱਲ ਦੇਖਣੀ ਪੈਂਦੀ ਹੈ ਵੀ ਕੀ ਇਹਨਾਂ ਨੇ 2 ਸਾਲ 735 ਦਿਨ ਕੈਨੇਡਾ ਦੇ ਵਿੱਚ ਪੂਰੇ ਕੀਤੇ ਸੀਗੇ। ਉਹ ਸਾਰੇ ਫੈਕਟਰਸ ਹੈਗੇ ਆ ਜੀ। ਤੇ ਉਹ ਕਿਉਂਕਿ ਇਹਨਾਂ ਨੂੰ ਮੇਨ ਇਹ ਦੇਖਣਾ ਪੈਣਾ ਵੀ ਲਾਸਟ ਟਾਈਮ ਇਹਨਾਂ ਦੀ ਜਦੋਂ ਸੀਗੀ ਕੀ ਇਹਨਾਂ ਨੂੰ ਐਕਨੋਲੇਜਮੈਂਟ ਕੀ ਆਈ ਸੀ ਉੱਥੋਂ ਹੀ ਇਹ ਫਰਦਰ ਕੰਟੀਨਿਊ ਕਰ ਸਕਦੇ ਆ ਜੀ। ਬਿਲਕੁਲ ਸਰ, ਇਸ ਦੌਰਾਨ ਕੁਝ ਕਾਲਰ ਸਾਨੂੰ ਕਾਲ ਕਰ ਰਹੇ ਸੀ, ਉਹਨਾਂ ਨਾਲ ਅਸੀਂ ਗੱਲ ਕਰ ਲਈ। ਇੱਕ ਕਾਲਰ ਜੁੜ ਗਏ ਨੇ ਹੋਰ। ਹੈਲੋ, ਮਾਫੀ ਚਾਹਾਂਗੇ ਜੀ, ਫੋਨ ਡਿਸਕਨੈਕਟ ਹੋ ਗਿਆ। ਨੈਕਸਟ ਕਾਲਰ ਸਾਡੇ ਨਾਲ ਜੁੜ ਗਏ ਨੇ। ਹੈਲੋ
ਹੈਲੋ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਅਸੀਂ ਚਾਈਨਾ ਤੋਂ ਬੋਲਦੇ ਹਾਂ ਨਾ। ਸਾਡੀ 2010 ਦੇ ਵਿੱਚ ਫਾਈਲ ਆਈ ਸੀਗੀ ਤਾਂ ਸਾਡੀ ਅੱਗੇ ਦੀ ਸੁਪਰਵਾਈਜ਼ਰ ਤੇ ਤਾਂ ਸਾਡੀ ਡਾਕਟਰੀ ਹੋਈ ਸੀ। ਹੁਣ 2019 ਚ ਫੇਰ ਡਾਕਟਰੀ ਵੀ ਹੋ ਗਈ, ਫਿੰਗਰਪ੍ਰਿੰਟ ਵੀ ਹੋ ਗਿਆ ਸਾਡੇ ਜੀ ਤੇ ਅਸੀਂ ਫੇਰ ਆਏ ਹਾਂ ਸੁਪਰਵਾਈਜ਼ਰ ਤੇ ਇੱਥੇ ਕੈਨੇਡਾ ਵਿੱਚ। ਸਾਡਾ ਕੁਛ ਦੱਸਿਆ ਨਹੀਂ ਮੁੜ ਕੇ ਉਹਨਾਂ ਨੇ। ਕਿਸ ਚੀਜ਼ ਦੀ ਫਾਈਲ ਲੱਗੀ ਸੀ ਜੀ ਤੁਹਾਡੀ? ਹੈਲੋ ਹੈਲੋ ਹਾਂਜੀ, ਕਿਸ ਚੀਜ਼ ਦੀ ਫਾਈਲ ਲੱਗੀ ਸੀ ਤੁਹਾਡੀ? ਪੀਆਰ ਦੀ? ਹਾਂਜੀ, ਜਿੱਦਾਂ ਫੈਮਿਲੀ ਤੇ ਲਾਈ, ਸਾਡੇ ਕਾਕੇ ਨੇ ਲਾਈ ਸੀਗੀ ਸਾਡੀ ਕੈਲਗਰੀ ਤੋਂ। ਜੀ ਹਰਕਿਰਨ ਜੀ, ਸਵਾਲ ਦਾ ਆਨਸਰ ਦੇਣਾ ਚਾਹੁੰਦੇ ਹੋ ਤੁਸੀਂ? ਹਾਂਜੀ, ਆਪਾਂ ਇਹਨਾਂ ਦਾ ਜੀ ਮੈਨੂੰ ਲੱਗਦਾ ਮੈਮ ਤੁਸੀਂ ਅੱਗੇ ਵੀ ਕਾਲ ਕਰਦੇ ਹੁੰਦੇ ਹੋ ਪ੍ਰੋਗਰਾਮ ਦੇ ਵਿੱਚ। ਆਨਸਰ ਆਲਮੋਸਟ ਹਾਂਜੀ ਮੈਮ, ਤੁਸੀਂ ਅੱਗੇ ਵੀ ਆਈ ਥਿੰਕ ਕਾਲ ਕੀਤੀ ਆ ਪ੍ਰੋਗਰਾਮ ਦੇ ਵਿੱਚ। ਜੀ ਆਲਮੋਸਟ ਆਨਸਰ ਸੇਮ ਹੀ ਰਹਿਣਾ ਹੈ। ਨੈਕਸਟ ਕਾਲਰ ਸਾਡੇ ਨਾਲ ਜੁੜ ਗਏ ਨੇ ਸਰ, ਇਹਨਾਂ ਦਾ ਜਵਾਬ ਦੇਵਾਂਗੇ। ਇੱਕ ਕਾਲਰ ਹੋਰ ਜੁੜ ਗਏ ਨੇ ਪਹਿਲਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਬਰੈਂਪਟਨ ਤੋਂ ਬੋਲਦੇ ਆ। ਮੈਂ ਸਿਟੀਜ਼ਨ ਬਾਰੇ ਪੁੱਛਣਾ ਸੀਗਾ। ਮੈਂ ਅਪਲਾਈ ਕੀਤਾ ਸੀਗਾ ਸਿਟੀਜ਼ਨ। ਜੀ ਮੈਂ ਨਾ 2020 ਦੇ ਵਿੱਚ ਮਾਰਚ ਦੇ ਵਿੱਚ ਅਪਲਾਈ ਕੀਤਾ ਸੀ। ਮੁੜ ਕੇ ਫਿੰਗਰਪ੍ਰਿੰਟ ਕਹਿੰਦੇ ਡੇਟ ਨਾ ਤੁਹਾਡੀ ਜ਼ਿਆਦਾ ਹੋ ਗਈ ਸਾਲ। ਹੁਣ ਦੁਬਾਰਾ ਫਿੰਗਰਪ੍ਰਿੰਟ ਹੋਇਆ ਨੂੰ ਵੀ 3 ਮਹੀਨੇ ਹੋ ਜਾਣੇ, 30 ਤਰੀਕ ਨੂੰ। ਹਜੇ ਕੁਛ ਨਹੀਂ ਉਹਨਾਂ ਨੇ ਪਤਾ ਦੱਸਿਆ। ਜੀ 1 ਮਿੰਟ ਲਈ ਹੋਲਡ ਕਰਿਓ। ਹਰਕਿਰਨ ਜੀ ਕੁਝ ਪੁੱਛਣਾ ਚਾਹੁੰਦੇ ਹੋ ਤੁਸੀਂ? ਨਹੀਂ, ਆਪਾਂ ਇਹਨਾਂ ਨੂੰ ਆਨਸਰ ਦੇ ਦਿੰਦੇ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਸ਼ੁਕਰੀਆ ਸਰ। ਇੱਕ ਦਰਸ਼ਕਾਂ ਨੂੰ ਅਪੀਲ ਹੈ ਕਿ ਲਗਭਗ ਇੱਕ ਹੀ ਉਹਨਾਂ ਦਾ ਸਵਾਲ ਹੁੰਦਾ ਹੈ ਤੇ ਹਰ ਪ੍ਰੋਗਰਾਮ 'ਚ ਸਾਨੂੰ ਕਾਲ ਕਰਕੇ ਉਹੀ ਸਵਾਲ ਉਹ ਪੁੱਛਦੇ ਨੇ। ਆਲਮੋਸਟ ਆਨਸਰ ਵੀ ਸੇਮ ਹੀ ਹੁੰਦਾ ਆ। ਸੋ ਆਲਮੋਸਟ ਜਦ ਤੱਕ ਤੁਹਾਨੂੰ ਕੋਈ ਨਵੀਂ ਅਪਡੇਸ਼ਨ ਨਹੀਂ ਆਉਂਦੀ ਤਦ ਤੱਕ ਲਈ ਤੁਸੀਂ ਥੋੜਾ ਜਿਹਾ ਸਬਰ ਜ਼ਰੂਰ ਕਰਿਆ ਕਰੋ। ਜੀ ਰਜਾਇਨਾ ਤੋਂ ਜਿਨ੍ਹਾਂ ਦੀ ਮੈਮ ਦੀ ਕਾਲ ਆਈ ਸੀ 2010 'ਚ ਫਾਈਲ ਲੱਗੀ ਹੈ ਤੇ 2019 'ਚ ਦੁਬਾਰਾ ਡਾਕਟਰੀ ਹੋਈ ਹੈ, ਫਿੰਗਰਪ੍ਰਿੰਟ ਹੋਏ ਨੇ, ਪੁੱਛਣਾ ਚਾਹੁੰਦੇ ਨੇ ਕਿ ਫਾਈਲ ਦਾ ਕੀ ਬਣ ਰਿਹਾ ਨਹੀਂ ਤਾਂ। ਹਾਂਜੀ, ਉਹਨਾਂ ਦੇ 2019 ਦੇ ਵਿੱਚ ਜੇ ਹੋਈ ਆ, ਕਿਉਂਕਿ ਜਿਹੜਾ ਮੈਂ ਉਹਨਾਂ ਨੇ ਦੱਸਿਆ ਮੈਡੀਕਲ ਪਾਰਟ ਆਫ ਪ੍ਰੋਸੈਸ ਹੈਗਾ ਜੀ 1 ਸਾਲ ਦਾ। ਤੇ ਇਹਨਾਂ ਨੂੰ ਅੱਗੇ ਵੀ ਆਪਾਂ ਇਹੀ ਦੱਸਿਆ ਸੀ ਵੀ ਟਾਈਮ ਇੰਨਾ ਜ਼ਿਆਦਾ ਲੱਗ ਰਿਹਾ ਹੈਗਾ, ਜੇ ਨਹੀਂ ਹੈਗਾ ਤਾਂ ਇਹਨਾਂ ਨੂੰ ATIP ਰਿਕੁਐਸਟ ਕਰਕੇ ਪ੍ਰਾਈਵੇਸੀ ਐਕਟ ਦੇ ਅੰਡਰ ਆਪਦੀ ਸਾਰੀ ਇਨਫੋਰਮੇਸ਼ਨ ਲੈਣੀ ਚਾਹੀਦੀ ਆ ਇਮੀਗ੍ਰੇਸ਼ਨ ਤੋਂ। ਉਹਦੇ ਵਿੱਚ ਇਹਨਾਂ ਨੂੰ ਪਤਾ ਲੱਗ ਜਾਊਗਾ ਵੀ ਇਹਨਾਂ ਦੀ ਫਾਈਲ ਤੇ ਕੀ ਪ੍ਰੋਸੈਸ ਹੋ ਰਿਹਾ, ਕਿਤੇ ਰੁਕੀ ਹੋਈ ਆ, ਤੇ ਵੀਜ਼ਾ ਆਫੀਸਰ ਨੇ ਜਾਂ ਪ੍ਰੋਗਰਾਮ ਆਫੀਸਰ ਨੇ ਕੀ ਉਹਦੇ ਤੇ ਕੰਸਰਨ ਜਿਹੜਾ ਹੈਗਾ ਕੀਤਾ ਹੈਗਾ। ਉਸ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਫਰਦਰ ਅੱਗੇ ਦੱਸ ਸਕਦੇ ਹੈਗੇ ਜਦੋਂ ਆਪਣੇ ਕੋਲ ਇਹਨਾਂ ਦੀ ਕੇਸ ਦੀ ਪੂਰੀ ਇਨਫੋਰਮੇਸ਼ਨ ਹੋਵੇ। ਇਹ ਸਾਡੇ ਕਿਸੇ ਵੀ ਆਫਿਸ ਦੇ ਵਿੱਚ ਕੰਟੈਕਟ ਕਰ ਸਕਦੇ ਜੀ। ਨੈਕਸਟ ਬਰੈਂਪਟਨ ਤੋਂ ਕਾਲ ਆਈ ਸੀ ਮੈਮ ਦੀ। ਉਹਨਾਂ ਨੇ ਕਿਹਾ ਕਿ ਸਿਟੀਜ਼ਨ ਦੇ ਲਈ ਉਹਨਾਂ ਨੇ ਅਪਲਾਈ ਕੀਤਾ ਹੋਇਆ ਮਾਰਚ 2020 ਦੇ ਵਿੱਚ। ਉਹਨਾਂ ਦੇ ਦੁਬਾਰਾ ਵੀ ਫਿੰਗਰਪ੍ਰਿੰਟ ਹੋ ਚੁੱਕੇ ਨੇ, 3 ਮਹੀਨੇ ਹੋ ਗਏ ਫਿੰਗਰਪ੍ਰਿੰਟ ਹੋਇਆ ਨੂੰ, ਬਟ ਅਜੇ ਤੱਕ ਅੱਗੇ ਕੋਈ ਅਪਡੇਸ਼ਨ ਨਹੀਂ ਆਈ। ਹਾਂਜੀ, ਕਿਉਂਕਿ ਜਿਵੇਂ ਕੋਵਿਡ ਕਰਕੇ ਸਿਟੀਜ਼ਨਸ਼ਿਪ ਦੀਆਂ ਐਪਲੀਕੇਸ਼ਨਸ ਦਾ ਪ੍ਰੋਸੈਸ ਬਹੁਤ ਸਲੋ ਹੋਇਆ ਸੀਗਾ ਜੀ। ਕਿਉਂਕਿ ਇਹ ਸੀਗਾ ਸਿਟੀਜ਼ਨਸ਼ਿਪ ਦੀਆਂ ਜਦੋਂ ਤੁਸੀਂ ਜਦੋਂ ਤੁਸੀਂ ਸੈਰੇਮਨੀਜ਼ ਵਗੈਰਾ ਉਹ ਸਾਰੀਆਂ ਇਹਨਾਂ ਨੇ ਬੰਦ ਕੀਤੀਆਂ ਹੋਈਆਂ ਸੀ। ਉਸ ਤੋਂ ਬਾਅਦ ਇਹਨਾਂ ਨੇ ਫਿਰ ਆਨਲਾਈਨ ਸਟਾਰਟ ਕੀਤੀਆਂ ਸੀਗੀਆਂ ਉਹ ਐਪਲੀਕੇਸ਼ਨ ਦਾ। ਫਿਰ ਜਦੋਂ ਵੀ ਪ੍ਰੋਸੈਸ ਇਹਨਾਂ ਨੇ ਵਰਕਫੋਰਸ ਵੀ ਉਹਦੇ ਤੇ ਕਾਫੀ ਲਿਮਟਿਡ ਕਰਕੇ, ਕਿਉਂਕਿ ਇਹ ਪਤਾ ਸੀਗਾ ਵੀ ਅੱਗੇ ਸੈਰੇਮਨੀਜ਼ ਨਹੀਂ ਹੋਣੀਆਂ ਹੈਗੀਆਂ ਤਾਂ ਸਰਟੀਫਿਕੇਟ ਜਦੋਂ ਦੇਣੇ ਆ, ਉਹਦੇ ਕਰਕੇ ਸਲੋ ਕੀਤਾ ਹੋਇਆ ਸੀ ਪ੍ਰੋਸੈਸ। ਪਰ ਜਿਵੇਂ ਹੁਣ ਇਹਨਾਂ ਦਾ ਹੁਣ ਪ੍ਰੋਸੈਸ ਸਟਾਰਟ ਹੋ ਗਿਆ ਹੈਗਾ ਜੀ, ਆਨਲਾਈਨ ਸੈਰੇਮਨੀਜ਼ ਹੋ ਰਹੀਆਂ ਨੇ ਤੇ ਇਹ ਮਤਲਬ ਹੁਣ ਇਹਨਾਂ ਦਾ ਛੇਤੀ ਹੀ ਪ੍ਰੋਸੈਸ ਹੋਊਗਾ ਜੀ। ਸਰ ਇੱਕ ਕਾਲ ਆਪਾਂ ਹੋਰ ਲੈ ਰਹੇ ਹਾਂ, ਉਸ ਤੋਂ ਬਾਅਦ 5 ਮਿੰਟ ਲਈ ਆਪਾਂ ਲਾਈਨਸ ਔਨ ਹੋਲਡ ਕਰਾਂਗੇ ਤਾਂ ਕਿ ਜਿਸ ਆਪਾਂ ਟੌਪਿਕ ਦੇ ਉੱਤੇ ਗੱਲ ਕਰਨੀ ਆ ਉਹਦੇ ਲਈ ਵੀ ਆਪਾਂ ਨੂੰ ਸਮਾਂ ਮਿਲ ਸਕੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਮੈਂ ਕਲੋਵਰਡੇਲ ਤੋਂ ਬੋਲ ਰਹੀ ਹਾਂ ਜੀ। ਪਰਮ ਜੀ ਮੇਰਾ ਸਵਾਲ ਇਹ ਹੈ ਕਿ ਮੇਰਾ ਪੀਆਰ ਫਾਈਲ ਨੰਬਰ ਹਜੇ ਤੱਕ ਨਹੀਂ ਆਇਆ ਤੇ ਮੈਂ ਵਰਕ ਪਰਮਿਟ ਐਕਸਟੈਂਸ਼ਨ ਲਈ ਪਾਇਆ ਸੀ, ਉਹਨਾਂ ਨੇ ਐਕਸਟੈਂਸ਼ਨ ਵੀ ਨਹੀਂ ਦਿੱਤੀ, ਮੇਰਾ ਪਰਮਿਟ ਵੀ ਐਕਸਪਾਇਰ ਹੋ ਗਿਆ ਤੇ ਹੁਣ ਕੀ ਮੈਨੂੰ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੀਦਾ ਜਾਂ ਮੈਨੂੰ ਵੇਟ ਕਰਨੀ ਚਾਹੀਦੀ ਹੈ? ਜੀ 1 ਮਿੰਟ ਲਈ ਤੁਸੀਂ ਹੋਲਡ ਕਰਿਓ। ਹਰਕਿਰਨ ਜੀ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਆਪਾਂ ਆਨਸਰ ਦਈਏ? ਹਾਂਜੀ, ਆਪਾਂ ਇਹਨਾਂ ਨੇ PR ਦੀ ਐਪਲੀਕੇਸ਼ਨ ਕਦੋਂ ਲਾਈ ਸੀ ਤੇ ਕਿਹੜੀ ਕੈਟਾਗਰੀ ਚ, PNP ਚ ਲਾਈ ਸੀ ਜਾਂ ਫੈਡਰਲ ਚ ਲਾਈ ਸੀ? ਜੀ ਮੈਮ, ਤੁਸੀਂ PR ਦੀ ਫਾਈਲ ਕਿਸ ਕੈਟਾਗਰੀ ਵਿੱਚ ਲਗਾਈ ਸੀ? PNP ਜਾਂ ਕੈਨੇਡੀਅਨ ਐਕਸਪੀਰੀਅੰਸ ਕਲਾਸ, ਕਿਸ ਚੀਜ਼ ਦੇ ਵਿੱਚ ਲਗਾਈ ਸੀ? PNP ਦੇ ਵਿੱਚ। ਠੀਕ ਹੈ ਜੀ, ਆਪਾਂ ਇਹਨਾਂ ਨੂੰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਸਰ। ਇਹਨਾਂ ਦਾ ਆਪਾਂ ਰਿਪਲਾਈ ਕਰ ਦਈਏ, ਫਿਰ ਆਪਾਂ 5 ਮਿੰਟ ਲਈ ਜਿਹੜੀਆਂ ਕਾਲਸ ਹਜੇ ਨਹੀਂ ਲਵਾਂਗੇ ਤਾਂ ਕਿ ਆਪਾਂ ਆਪਣਾ ਟੌਪਿਕ ਡਿਸਕਸ ਕਰ ਸਕੀਏ। ਜੀ ਹਾਂਜੀ, ਉਹ ਸੇਮ ਇਹੀ ਹੈ ਜੀ, ਕਿਉਂਕਿ ਕਾਫੀ ਇਸ਼ੂ ਆ ਰਿਹਾ ਸੀਗਾ। ਜਿਵੇਂ ਆਪਾਂ ਪਹਿਲਾਂ ਦੇ ਜੇ ਕਿਸੇ ਨੇ PNP ਲਾਈ ਹੈ ਜਾਂ ਫੈਡਰਲ ਲਾਈ ਆ, ਉਹ ਬ੍ਰਿਜਿੰਗ ਵਰਕ ਪਰਮਿਟ ਵਾਸਤੇ ਐਲੀਜੀਬਲ ਹੈਗੇ ਆ ਜੀ। ਉਹਨਾਂ ਦਾ ਜਦੋਂ ਫਾਈਲ ਨੰਬਰ ਆਇਆ ਹੈਗਾ ਉਦੋਂ ਹੀ ਉਹ ਕਰ ਸਕਦੇ। ਈਵਨ ਇਹਨਾਂ ਨੇ ਪ੍ਰੋਸੈਸ ਬਹੁਤ ਫਾਸਟ ਕੀਤਾ ਹੈਗਾ। ਜੇ ਮੈਂ
ਫੈਬਰੂਅਰੀ ਦੇ ਵਿੱਚ ਹੀ ਦੇਖਾਂ ਤਾਂ ਸਾਡੇ ਆਫਿਸ ਦੇ ਵਿੱਚ ਸੇਮ ਹੀ ਇਸ ਤੇ ਆਲਮੋਸਟ 12 ਇਦਾਂ ਆਏ ਹੈਗੇ ਆ ਜੀ, ਜਿਹੜੇ ਕਿ 10 ਦਿਨਾਂ ਦੇ ਵਿੱਚ ਆਏ ਆ, ਜਿਨ੍ਹਾਂ ਦਾ ਫਾਈਲ ਨੰਬਰ ਆਇਆ ਹੋਇਆ। ਹੁਣ ਜਦੋਂ ਕਰਦੇ ਆ ਤਾਂ ਐਗਜ਼ੈਕਟਲੀ ਉਹ 4 ਮਹੀਨੇ ਵਾਸਤੇ ਤੁਹਾਡਾ ਵਰਕ ਪਰਮਿਟ ਰਿਨਿਊ ਕਰ ਦਿੰਦੇ ਆ, ਚਾਹੇ ਉਹ ਕਲੋਜ਼ ਵਰਕ ਪਰਮਿਟ ਹੋਵੇ ਚਾਹੇ ਓਪਨ ਵਰਕ ਪਰਮਿਟ। ਠੀਕ ਹੈ ਜੀ। ਤੇ ਉਹਨਾਂ ਨੂੰ ਕਿਉਂਕਿ ਇਹ ਪ੍ਰੋਪਰ ਜਿਹੜੀ ਹੈਗੀ ਆ, ਤੁਹਾਨੂੰ ਇੱਕ ਐਪਲੀਕੇਸ਼ਨ ਪ੍ਰੋਪਰ ਭੇਜਣੀ ਪੈਂਦੀ ਆ, ਜਿਹਦੇ ਵਿੱਚ ਤੁਸੀਂ ਉਹਦੇ 'ਚ ਦੱਸਣਾ ਹੁੰਦਾ ਵੀ ਤੁਹਾਡੀ ਆਹ ਆਈ ਆ, ਉਹਦੀ ਜਿਹੜੀ ਤੁਹਾਡੀ ਐਪਲੀਕੇਸ਼ਨ ਆਈ ਆ ਪਰਮਾਨੈਂਟ ਰੈਜ਼ੀਡੈਂਸੀ, ਉਹਦੀ ਸਾਰੀ ਇਨਫੋਰਮੇਸ਼ਨ ਨਾਲ ਲਾਉਣੀ ਪੈਂਦੀ ਆ। ਤੇ ਇੱਕ ਇਹ ਐਪਲੀਕੇਸ਼ਨ ਦੇ ਵਿੱਚ ਬਹੁਤ ਜ਼ਰੂਰੀ ਇਹ ਹੁੰਦਾ ਹੈਗਾ, ਕਿਉਂਕਿ ਜਦੋਂ ਵੀ ਆਪਾਂ ਇਦਾਂ ਦੀ ਕੋਈ ਐਪਲੀਕੇਸ਼ਨ ਆ, ਉਹਦੇ ਵਿੱਚ LMIA ਨੰਬਰ ਪੁੱਛਦੇ ਆ, ਜਾਂ ਪੁੱਛਦੇ ਉਹ ਇਹ ਪੁੱਛਦੇ ਆ ਵੀ ਤੁਹਾਨੂੰ ਜਿਹੜਾ ਤੁਹਾਡਾ ਵਰਕ ਪਰਮਿਟ ਆ ਰਿਨਿਊ ਕਿਸ ਬੇਸ ਤੇ ਕੀਤਾ ਜਾਵੇ, ਜਾਂ ਵੀ ਤੁਹਾਡੀ LMIA ਐਗਜ਼ੈਂਪਟ ਆ ਜਾਂ ਹੈਗੀ ਆ, ਉਹ ਇਨਫੋਰਮੇਸ਼ਨ ਪਾਉਣੀ ਆ। ਜਦੋਂ ਤੁਸੀਂ ਉਹ ਇਨਫੋਰਮੇਸ਼ਨ ਨਹੀਂ ਪਾਉਂਦੇ ਵੀ ਤੁਹਾਨੂੰ ਕਿਹੜੇ ਬੇਸ ਤੇ ਦਿੱਤਾ ਜਾਵੇ, ਵੀ ਤੁਸੀਂ ਉਹ ਜਦੋਂ ਤੁਸੀਂ ਉਹ ਰੀਜ਼ਨਿੰਗ ਜਸਟੀਫਾਈ ਨਹੀਂ ਕਰ ਸਕਦੇ ਜਾਂ ਉਹ ਪੂਰੀ ਇਨਫੋਰਮੇਸ਼ਨ ਨਹੀਂ ਦਿੰਦੇ, ਫਿਰ ਕੇਸ ਰਿਜੈਕਟ ਹੁੰਦੇ ਹੈਗੇ। ਇਹ ਸਾਡੇ ਆਫਿਸ ਦੇ ਵਿੱਚ ਕੰਟੈਕਟ ਕਰ ਲੈਣ, ਜਿਹੜੀ ਇਹਨਾਂ ਦੀ ਪਰਮਾਨੈਂਟ ਇਮੀਗ੍ਰੇਸ਼ਨ ਦੀ ਆ ਜਾਂ ਦੂਸਰਾ ਆ, ਉਹ ਅਸੀਂ ਇਹਨਾਂ ਨੂੰ ਦੱਸ ਸਕਦੇ ਹਾਂ। ਤੇ ਇਹਨਾਂ ਨੂੰ ਹਜੇ ਵਿਜ਼ਟਰ ਵੀਜ਼ਾ ਲੈਣ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਮਈ ਤੱਕ ਰੈਸਟੋਰੇਸ਼ਨ ਪੀਰੀਅਡਸ ਦੇ ਵਿੱਚ ਹੈਗੇ ਆ ਇਹ। ਤੇ ਜੇ ਇਹਨਾਂ ਨੇ ਕੀਤਾ, ਅਸੀਂ ਇਹਨਾਂ ਦਾ ਰੀਅਪਲਾਈ ਕਰ ਦਾਂਗੇ ਤੇ ਮੋਸਟ ਪ੍ਰੋਬਬਲੀ ਮੈਨੂੰ ਲੱਗਦਾ ਚਾਂਸਸ ਆ ਵੀ ਇਹਨਾਂ ਨੂੰ ਵਰਕ ਪਰਮਿਟ, ਓਪਨ ਵਰਕ ਪਰਮਿਟ 4 ਮਹੀਨੇ ਦਾ ਮਿਲ ਜਾਵੇ। ਜੀ ਬਿਲਕੁਲ, ਵਧੇਰੇ ਜਾਣਕਾਰੀ ਲਈ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ। ਤੁਹਾਨੂੰ ਦੱਸਿਆ ਹਰਕਿਰਨ ਗਰੇਵਾਲ ਜੀ ਦੇ ਸਾਰੇ ਆਫਿਸਿਸ ਤੇ ਨੰਬਰ ਅਸੀਂ ਨਾਲ ਪ੍ਰੋਵਾਈਡ ਕੀਤੇ ਨੇ। ਸਰ 5 ਮਿੰਟ ਲਈ ਹੁਣ ਲਾਈਨਸ ਅਸੀਂ ਹੋਲਡ ਕਰ ਰਹੇ ਹਾਂ, ਸੋ 5 ਮਿੰਟ ਤੋਂ ਬਾਅਦ ਆਪਾਂ ਦੁਬਾਰਾ ਲਾਈਨਸ ਓਪਨ ਕਰਾਂਗੇ। ਸਰ ਆਪਾਂ ਗੱਲਬਾਤ ਕਰ ਰਹੇ ਸੀ, ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਅਸੀਂ ਦਰਸ਼ਕਾਂ ਨੂੰ ਦੇ ਰਹੇ ਹਾਂ, ਸੋ ਪਲੀਜ਼ ਇੱਕ ਵਾਰੀ ਇਹ ਇਨਫੋਰਮੇਸ਼ਨ ਸੁਣ ਲਓ। 5 ਮਿੰਟ ਬਾਅਦ ਤੁਸੀਂ ਦੁਬਾਰਾ ਬੈਕ ਕਾਲ ਸਾਨੂੰ ਕਰ ਸਕਦੇ ਹੋ। ਸਰ ਤੁਸੀਂ ਦੱਸਿਆ ਸੀ ਕਿ ਪਾਰਟ ਟਾਈਮ ਵਾਲੇ ਵੀ ਜਿਨ੍ਹਾਂ ਦਾ ਇਸ ਵਕਤ ਐਕਸਪੀਰੀਅੰਸ ਬਣ ਰਿਹਾ, ਪ੍ਰੋਪਰ ਘੰਟੇ ਬਣ ਰਹੇ ਨੇ, ਉਹ ਵੀ ਅਪਲਾਈ ਕਰ ਸਕਦੇ ਨੇ, ਉਹ ਵੀ ਐਲੀਜੀਬਲ ਨੇ ਇਹਦੇ ਲਈ। ਸੋ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਜ਼ਰੂਰ ਦਿਓ ਕਿ 1560 ਘੰਟੇ ਦੀ ਤੁਸੀਂ ਗੱਲ ਕਰ ਰਹੇ ਸੀ। ਹਾਂਜੀ, ਇਹਦੇ ਵਿੱਚ ਇਹ ਹੈਗਾ ਜੀ, ਕਿਉਂਕਿ ਇਹਦੇ ਵਿੱਚ ਜੇ ਕੋਈ ਤੁਸੀਂ ਪਾਰਟ ਟਾਈਮ ਕੰਮ ਕਰਦੇ ਹੋ, 15 ਘੰਟੇ ਕੰਮ ਕਰਦੇ ਹੋ, ਠੀਕ ਹੈ ਜੀ, 15 ਘੰਟੇ ਕੰਮ ਕਰਦੇ ਹੋ ਤੇ ਸਪੋਜ਼ ਕਰੋ ਤੁਹਾਡਾ ਸਾਲ ਦੇ ਵਿੱਚ ਐਕਸਪੀਰੀਅੰਸ ਨਹੀਂ ਹੁੰਦਾ, ਤੁਸੀਂ 2 ਸਾਲ ਦੇ ਵਿੱਚ ਉਹ 1560 ਘੰਟੇ ਪੂਰੇ ਕੀਤੇ, ਤਾਂ ਵੀ ਤੁਸੀਂ ਐਲੀਜੀਬਲ ਹੋ। ਦੂਸਰਾ ਹੈਗਾ ਕੰਬੀਨੇਸ਼ਨ। ਸਪੋਜ਼ ਕਰੋ ਕਈ ਵਾਰ ਇਦਾਂ ਹੁੰਦਾ ਹੈਗਾ ਵੀ ਜਦੋਂ ਤੁਸੀਂ ਇਹਦੇ ਵਿੱਚ ਮੇਨ ਇਹਨਾਂ ਦਾ ਹੁੰਦਾ OA ਤੇ B ਦੀ ਕੈਟਾਗਰੀ ਹੋਵੇ ਤੁਹਾਡੇ ਕੋਲ, ਤੇ ਕਈ ਵਾਰ ਇਦਾਂ ਸਟੂਡੈਂਟਸ ਨੂੰ ਹੁੰਦਾ ਹੈਗਾ ਕੋਈ ਉਹ ਜੌਬ ਹੋਰ ਕਰਦੇ ਹੁੰਦੇ ਆ ਤੇ ਕਿਸੇ ਰੈਸਟੋਰੈਂਟ ਦੇ ਵਿੱਚ ਉਹਨਾਂ ਨੂੰ ਸੈਚਰਡੇ ਸੰਡੇ ਨੂੰ ਐਜ਼ ਅ ਸ਼ਿਫਟ ਸੁਪਰਵਾਈਜ਼ਰ ਕੰਮ ਕਰ ਦਿੰਦੇ ਆ ਉਹ। ਠੀਕ ਆ ਜੀ। ਜੇ ਉਹ ਕਿਸੇ ਇਦਾਂ ਦੀ ਸਿਚੁਏਸ਼ਨ 'ਚ ਇੱਕ ਜਗ੍ਹਾ ਉਹ ਕਰਦੇ ਆ ਤੇ 2 ਜਗ੍ਹਾ ਸੁਪਰਵਾਈਜ਼ਰ ਦੀ ਕਰਦੇ ਆ ਜਿੱਥੇ ਪੂਰੇ ਆਵਰਸ ਨਹੀਂ ਮਿਲਦੇ, ਤਾਂ ਵੀ ਉਹ 30 ਘੰਟੇ ਕੰਬਾਈਨ ਕਰਕੇ 2 ਜੌਬਸ ਕੰਬਾਈਨ ਕਰਕੇ ਵੀ ਇਸ ਪ੍ਰੋਗਰਾਮ ਵਾਸਤੇ ਐਲੀਜੀਬਲ ਹੈਗੇ ਆ। ਜੀ ਬਿਲਕੁਲ। ਤੇ ਇਹ ਇਨਫੋਰਮੇਸ਼ਨ ਬਹੁਤ ਘੱਟ ਹੈਗੀ ਆ ਜੀ ਇਹਦੇ ਬਾਰੇ ਵੀ ਤੁਸੀਂ ਪਾਰਟ ਟਾਈਮ ਇਹਦੇ ਵਾਸਤੇ ਕਰ ਸਕਦੇ ਆ। ਦੂਸਰੀ ਗੱਲ ਆ, ਇਹਦੇ ਵਿੱਚ ਜੇ ਤੁਹਾਨੂੰ ਸਪੋਜ਼ ਕਰੋ ਕਿਸੇ ਨੇ ਜਨਵਰੀ ਦੇ ਵਿੱਚ ਕੰਮ ਸਟਾਰਟ ਕੀਤਾ ਹੈਗਾ, ਉਹਨੂੰ ਅਗਲੀ ਜਨਵਰੀ ਤੱਕ ਵੇਟ ਕਰਨ ਦੀ ਲੋੜ ਨਹੀਂ ਪੈਣੀ ਹੈਗੀ 1 ਸਾਲ ਦਾ। ਜੇ ਦਸੰਬਰ ਦੇ ਵਿੱਚ, ਜੇ ਤੁਹਾਡਾ ਦਸੰਬਰ ਦੇ ਪਹਿਲੇ 2 ਵੀਕ ਦੇ ਵਿੱਚ ਤੁਹਾਡੇ 1560 ਘੰਟੇ ਬਣ ਗਏ, ਸਾਲ ਦੇ ਬਣ ਗਏ, ਤਾਂ ਵੀ ਤੁਸੀਂ ਇਸ ਪ੍ਰੋਗਰਾਮ ਵਾਸਤੇ ਐਲੀਜੀਬਲ ਹੋ, ਇਹਦੇ ਵਾਸਤੇ ਤੁਸੀਂ ਅਪਲਾਈ ਕਰ ਸਕਦੇ ਹੈਗੇ। ਜੀ। ਤੇ ਸਰ ਜਿਵੇਂ ਤੁਸੀਂ ਇਹਦੀ ਬਾਰੇ ਗੱਲਬਾਤ ਕਰ ਰਹੇ ਹੋ ਕਿ ਅਪਲਾਈ ਕਰ ਸਕਦੇ ਆ, ਕੁਝ ਨਵੀਂ ਇਨਫੋਰਮੇਸ਼ਨ ਦਿੱਤੀ ਹੈ ਕਿ ਪਾਰਟ ਟਾਈਮ ਜੌਬ ਵਾਲੇ ਵੀ ਇਹਦੇ ਵਿੱਚ ਜਿਹੜੇ ਆ ਉਹ ਐਲੀਜੀਬਲ ਹੋ ਸਕਦੇ ਨੇ, ਉਹ ਵੀ ਆਪਣਾ ਐਕਸਪੀਰੀਅੰਸ ਜਿਹੜਾ ਇੱਕ ਕਲੈਕਟ ਕਰ ਸਕਦੇ ਨੇ। ਕਈਆਂ ਨੂੰ ਹੁਣ ਇਹ ਮੁਸ਼ਕਿਲ ਹੈਗੀ ਆ ਕਿ ਜਦੋਂ ਉਹਨਾਂ ਨੇ ਪੂਲ 'ਚ ਫਾਈਲ ਲਗਾਈ ਸੀ ਉਸ ਵਕਤ ਉਹਨਾਂ ਦੀ ਜਿਹੜੀ ਆ ਨੌਕ B ਦੀ ਜੌਬ ਸੀ, ਜਾਂ ਹੁਣ ਉਹਨਾਂ ਦੀ ਜੌਬ ਜਿਹੜੀ ਆ ਉਹ ਚੇਂਜ ਹੋ ਚੁੱਕੀ ਆ, ਕਿ ਉਹ ਇਸ ਤਾਂ ਵੀ ਜਿਹੜੀ ਆ ਉਹ ਐਲੀਜੀਬਲ ਹੋ ਸਕਦੇ ਨੇ ਇਹਦੇ ਲਈ ਜੇ ਉਹਨਾਂ ਦੀ ਜੌਬ ਦੇ ਵਿੱਚ ਥੋੜਾ ਡਿਫਰੈਂਸ ਆਉਂਦਾ ਆ? ਹਾਂਜੀ ਬਿਲਕੁਲ, ਇਹ ਕਾਫੀ ਕੰਸਰਨ ਆ ਰਿਹਾ ਹੈਗਾ ਜੀ। ਇੱਕ ਤਾਂ ਇਹ ਹੁੰਦਾ ਵੀ ਕਿਉਂਕਿ ਪਤਾ ਕੀ ਆ, ਇਹਦੇ ਵਿੱਚ ਮੈਂ ਇਹ ਦੱਸਣਾ ਚਾਹਣਾ ਵੀ ਹੁਣ ਜਿਵੇਂ 75 ਤੇ ਇਨਵੀਟੇਸ਼ਨ ਆਇਆ ਹੈਗਾ, ਇਹਦੇ ਵਿੱਚ ਆਪਾਂ ਨੂੰ ਇਹ ਪੂਰਾ ਨਹੀਂ ਹੋਣਾ ਚਾਹੀਦਾ ਵੀ ਮਤਲਬ ਬਾਲਾ ਇਹਦੇ ਵਿੱਚ ਬਾਲਾ ਐਕਸਾਈਟਡ ਨਹੀਂ ਹੋਣਾ ਚਾਹੀਦਾ। ਇਨਵੀਟੇਸ਼ਨ ਆ ਗਿਆ, ਇਨਵੀਟੇਸ਼ਨ ਮੀਨਸ ਉਹਨਾਂ ਨੇ ਤੁਹਾਨੂੰ ਮੌਕਾ ਦਿੱਤਾ ਹੈਗਾ ਤੁਸੀਂ ਐਪਲੀਕੇਸ਼ਨ ਪ੍ਰੋਸੈਸ ਕਰਨ ਦਾ। ਹੁਣ ਜਿਹੜਾ ਸਿਗਨੀਫੀਕੈਂਟ ਫੈਕਟਰ ਹੈਗਾ ਇਹਦੇ ਵਿੱਚ ਉਹ ਆ ਵੀ ਤੁਹਾਡੀ ਐਪਲੀਕੇਸ਼ਨ, ਕਿਉਂਕਿ ਜਿਹੜੀ PR ਹੋਣੀ ਹੈ ਤੁਹਾਡੀ ਐਪਲੀਕੇਸ਼ਨ ਦੇ ਬੇਸਿਸ ਤੇ ਹੋਣੀ ਹੈਗੀ ਆ। ਇਹਦੇ ਵਿੱਚ ਜਿਹੜੀ ਤੁਸੀਂ ਐਪਲੀਕੇਸ਼ਨ, ਜਿਵੇਂ ਵਰਕ ਐਕਸਪੀਰੀਅੰਸ ਹੈਗਾ ਕੈਨੇਡਾ ਦੇ ਵਿੱਚ, ਜਦੋਂ ਵੀ ਤੁਸੀਂ ਕਦੇ ਵੀ ਅਪਲਾਈ ਕਰਦੇ ਹੋ ਜਾਂ ਪਰਮਾਨੈਂਟ ਵਾਸਤੇ ਕਰਦੇ ਹੋ, ਉਹ ਤੁਹਾਡੀਆਂ ਜੌਬ ਡਿਊਟੀਆਂ ਦੇਖਦੇ ਹੈਗੇ ਆ ਜੀ। ਇਹਦੇ ਵਿੱਚ ਕਿਉਂਕਿ ਅੱਗੇ ਵੀ ਜਿਵੇਂ ਸਾਡੇ ਕੋਲ ਆਉਂਦੇ ਰਹਿੰਦੇ ਹੈਗੇ ਆ, ਕਈ ਵਾਰ ਤੁਸੀਂ ਉੱਥੇ ਡੈਜ਼ਿਗਨੇਸ਼ਨ ਹੋਰ ਪਾਇਆ ਹੁੰਦਾ ਜੀ, ਡੈਜ਼ਿਗਨੇਸ਼ਨ ਹੋਰ ਪਾਇਆ ਹੁੰਦਾ, ਨੌਕ ਕੋਡ ਹੋਰ ਹੁੰਦਾ, ਜੌਬ ਡਿਊਟੀਆਂ ਹੋਰ ਪਰਫਾਰਮ ਕਰਦੇ ਹੋ। ਤੇ ਇਹਦੇ ਵਿੱਚ ਇਹ ਹੁੰਦਾ ਜਿਹੜੇ ਵੀ ਪ੍ਰੋਗਰਾਮ ਆਫੀਸਰ ਹੁੰਦੇ ਆ ਉਹਨਾਂ ਦੇ, ਚਾਹੇ ਉਹਨਾਂ ਨੇ ਇਹ ਨਹੀਂ ਥੋੜਾ ਕੰਬੀਨੇਸ਼ਨ ਨਹੀਂ ਦੇਖਣਾ ਵੀ ਤੁਹਾਡੀ ਨੌਕ ਕੋਡ ਕੀ ਆ, ਜੌਬ ਡਿਊਟੀਆਂ ਕੀ ਕਰਦੀ, ਉਹਨਾਂ ਨੇ ਤੁਹਾਨੂੰ ਜੇ ਤੁਹਾਨੂੰ ਉਹਨਾਂ ਨੂੰ ਲੱਗਦਾ ਹੈਗਾ
ਉਹਨਾਂ ਨੇ ਤੁਹਾਨੂੰ ਪ੍ਰੋਸੀਜਰ ਫੇਅਰਨੈਸ ਦੀ ਲੈਟਰ ਕੱਢ ਦੇਣੀ ਆ ਵੀ ਤੁਹਾਨੂੰ ਅਸੀਂ 7 ਦਿਨ ਦਿੰਦੇ ਆ, ਤੁਸੀਂ ਆਹ ਜਸਟੀਫਾਈ ਕਰੋ। ਠੀਕ ਆ ਜੀ। ਉਹਦੇ ਵਿੱਚੋਂ ਤੁਹਾਨੂੰ ਇਹ ਆ ਵੀ ਜੇ ਤੁਹਾਨੂੰ ਲੱਗਦਾ ਕਿ ਕਈ ਵਾਰ ਇਦਾਂ ਹੋ ਜਾਂਦਾ ਹੈਗਾ ਵੀ ਕਈ ਜਗ੍ਹਾ ਤੇ ਤੁਸੀਂ ਬੱਚੇ ਕੰਮ ਸਟਾਰਟ ਕਰ ਲੈਂਦੇ ਆ, ਸੁਪਰਵਾਈਜ਼ਰ ਦਾ ਜਾਂ ਮੈਨੇਜਰ ਦਾ ਕਰ ਲੈਂਦੇ ਆ ਜਾਂ ਹੋਰ ਕਈ ਕਰ ਲੈਂਦੇ ਆ, ਪਰ ਉਹਨਾਂ ਨੂੰ ਇਹ ਹੁੰਦਾ ਵੀ ਜਦੋਂ ਉਹ ਦੇਖਦੇ ਆ ਡੈਜ਼ਿਗਨੇਸ਼ਨ ਤਾਂ ਲਿਖਿਆ ਹੁੰਦਾ ਵੀ B ਕੈਟਾਗਰੀ ਦੀ ਆ, ਪਰ ਉਹ ਜੌਬ ਡਿਊਟੀ C ਕੈਟਾਗਰੀਜ਼ ਦੀ ਪਰਫਾਰਮ ਕਰਦੇ ਹੈਗੇ ਆ। ਠੀਕ ਆ ਜੀ। ਤੇ ਇਦਾਂ ਹੀ ਕਈ ਵਾਰ ਇਦਾਂ ਹੁੰਦਾ ਹੈਗਾ, ਜਿਵੇਂ ਮੈਂ ਇੱਕ ਐਗਜ਼ਾਮਪਲ ਦਿੰਦਾ, ਸਾਡੇ ਕੋਲ ਸੀਗੇ ਉਹਨਾਂ ਨੇ ਅਕਾਊਂਟਿੰਗ ਟੈਕਨੀਸ਼ੀਅਨ ਦੀ ਕੀਤੀ ਸੀ ਜਿਹੜੀ ਕਿ C ਕੈਟਾਗਰੀ ਦੀ ਜੌਬ ਆ, ਪਰ ਉਹ ਡਿਊਟੀਜ਼ ਅਕਾਊਂਟੈਂਟ ਦੀਆਂ ਪਰਫਾਰਮ ਕਰਦੇ ਜਿਹੜੀ ਕਿ B ਕੈਟਾਗਰੀ ਆ। ਉਹਦੇ ਵਿੱਚ ਫਿਰ ਤੁਸੀਂ ਕਿਸੇ ਵੀ ਇਦਾਂ ਆਪਦੇ ਕਿਸੇ ਵੀ ਕੰਪੀਟੈਂਟ ਲਾਇਰ ਜਾਂ ਕੰਸਲਟੈਂਟ ਨੂੰ ਕੰਟੈਕਟ ਕਰੋ ਜੋ ਕਿ ਜਸਟੀਫਾਈ ਕਰ ਸਕੇ ਵੀ ਇਹ ਕਿਉਂ ਇਹ ਕੁਆਲੀਫਾਈ ਕਰਦੇ ਹੈਗੇ ਆ। ਉਸ ਗੱਲ ਨਾਲ ਫਰਕ ਪੈਂਦਾ ਹੈ ਜੀ। ਸਰ ਕਾਲਰਸ ਜਿਹੜੇ ਆ ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਫੋਨ ਦੇ ਉੱਤੇ, ਆਪਾਂ ਉਹਨਾਂ ਨਾਲ ਗੱਲ ਕਰ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਮੈਂ ਵਿਨੀਪੈਗ ਤੋਂ, ਤੇ ਮੈਂ ਇਹ ਪੁੱਛਣਾ ਸੀ ਕਿ ਮੇਰੀ ਸਟੱਡੀ ਕੰਪਲੀਟ ਹੋ ਰਹੀ ਹੈ ਦਿਸ ਮਈ, ਤੇ ਉਦੋਂ ਬਾਅਦ ਮਤਲਬ ਮੈਨੀਟੋਬਾ 'ਚ ਜਿਵੇਂ ਮੈਂ ਸਟੱਡੀ ਕੰਪਲੀਟ ਕੀਤੀ ਤਾਂ ਮੈਨੀਟੋਬਾ ਦੇ ਐਕਸਪ੍ਰੈਸ ਐਂਟਰੀ ਰੂਲਸ ਵਗੈਰਾ ਜਾਂ PNP ਦੇ ਮਤਲਬ ਆਈ ਕੇਮ ਅਕ੍ਰੋਸ ਵੀ ਮੈਂ ਇੱਕ ਪਹਿਲੇ ਪੇ ਚੈੱਕ ਤੇ ਲਾ ਸਕਦੀ ਹਾਂ, ਤਾਂ ਇਜ਼ ਦੈਟ ਟਰੂ? ਜੀ ਸਰ, ਪਹਿਲੇ ਪੇ ਚੈੱਕ ਦੇ ਉੱਤੇ ਮੈਨੀਟੋਬਾ ਦੇ ਕਹਿੰਦੇ ਰੂਲਸ ਚੇਂਜ ਹੋ ਰਹੇ ਨੇ ਕਿ ਪਹਿਲੇ ਪੇ ਚੈੱਕ ਤੇ ਐਕਸਪ੍ਰੈਸ ਐਂਟਰੀ ਜਾਂ PNP ਤੁਸੀਂ ਲਗਾ ਸਕਦੇ ਹੋ। ਹਾਂਜੀ, ਆਪਾਂ ਇਹਨਾਂ ਦਾ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ, ਇਸ ਤੋਂ ਇਲਾਵਾ ਤਾਂ ਕੋਈ ਸਵਾਲ ਨਹੀਂ ਹੈ ਤੁਹਾਡਾ? ਨਹੀਂ, ਥੈਂਕ ਯੂ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਰ। ਹਾਂਜੀ, ਮੈਨੀਟੋਬਾ ਦੇ ਵਿੱਚ ਕਈ ਇਦਾਂ ਹੋ ਜਾਂਦਾ ਜੀ। ਇੱਕ ਤਾਂ ਇਹ ਫੈਕਟਰ ਡਿਪੈਂਡ ਕਰਦਾ ਵੀ ਉੱਥੇ ਤੁਸੀਂ ਸਟੱਡੀ ਕੀਤੀ ਹੈਗੀ ਆ, 6 ਮਹੀਨੇ ਦਾ ਕੋਰਸ ਕੀਤਾ, ਤੇ ਉਹਦੇ ਵਿੱਚ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਪ੍ਰੋਗਰਾਮ ਹੋ ਜਾਂਦੇ ਹੈਗੇ ਆ ਜੀ। ਕਿਉਂਕਿ ਮੈਨੀਟੋਬਾ ਦੀ ਪਹਿਲਾਂ ਪ੍ਰੋਸੈਸਿੰਗ ਕਾਫੀ ਪਹਿਲਾਂ ਸਲੋ ਚੱਲਦੀ ਸੀ, ਉਹਦੇ ਵਿੱਚ ਤੁਸੀਂ ਕਈ ਕੈਟਾਗਰੀਜ਼ ਦੇ ਵਿੱਚ 6 ਮਹੀਨੇ ਬਾਅਦ ਲਾ ਸਕਦੇ ਹੋ, ਕਈਆਂ ਦੇ ਵਿੱਚ 9 ਮਹੀਨੇ ਬਾਅਦ ਲਾ ਸਕਦੇ ਹੋ, ਤੇ ਕਈਆਂ ਦੇ ਵਿੱਚ ਜਦੋਂ ਤੁਹਾਡੀ ਹੋ ਜਾਂਦੀ ਹੈਗੀ ਆ ਵੀ ਤੁਸੀਂ ਜਿਵੇਂ ਆਲਰੇਡੀ ਇਹਨਾਂ ਨੇ ਦੱਸਿਆ ਹੈਗਾ ਵੀ ਤੁਸੀਂ ਜੌਬ ਲੈ ਲਈ ਅਪਾਇੰਟਮੈਂਟ ਲੈਟਰ ਤੇ ਉਹਦੇ ਤੇ ਕਰ ਸਕਦੇ ਹੋ। ਇਹ ਦੇਖਣਾ ਪੈਂਦਾ ਵੀ ਤੁਸੀਂ ਕੀ ਜੌਬ ਕੀਤੀ ਹੈ, ਤੁਹਾਡੇ ਪੁਆਇੰਟਸ ਕਿਵੇਂ ਬਣਦੇ ਆ। ਉਹਦੇ ਵਾਸਤੇ ਪੂਰੀ ਸਾਨੂੰ ਅਸੈਸਮੈਂਟ ਕਰਕੇ ਹੀ ਇਹਨਾਂ ਨੂੰ ਆਪਾਂ ਦੱਸ ਸਕਦੇ ਹਾਂ ਵੀ ਤੁਹਾਡਾ ਯੈਸ ਇਹਦੇ ਕ੍ਰਾਈਟੇਰੀਆ ਤੁਸੀਂ ਮੀਟ ਕਰਦੇ ਹੋ ਕਿ ਨਹੀਂ ਕਰਦੇ। ਜੀ ਬਿਲਕੁਲ, ਦਰਸ਼ਕਾਂ ਨੂੰ ਦੱਸ ਦਈਏ ਅਸੀਂ ਲਾਈਨਸ ਦੁਬਾਰਾ ਓਪਨ ਕਰ ਦਿੱਤੀਆਂ ਨੇ। ਤੁਹਾਡਾ ਕੋਈ ਸਵਾਲ ਹੈਗਾ ਤਾਂ ਤੁਸੀਂ ਸਾਨੂੰ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ। ਅੱਜ ਹੈ ਥਰਸਡੇ ਤੇ ਟੋਰਾਂਟੋ ਸਮੇਂ ਦੇ ਮੁਤਾਬਿਕ 3:42 ਹੋ ਚੁੱਕੇ ਨੇ। ਸਰ ਇਸ ਵਕਤ ਕਾਫੀਆਂ ਨੂੰ 27,332 ਦੇ ਅਰਾਊਂਡ ਇਨਵੀਟੇਸ਼ਨਸ ਆ ਚੁੱਕੇ ਨੇ, ਬਹੁਤਿਆਂ ਨੇ ਫਾਈਲਸ ਲਗਾਉਣੀਆਂ ਨੇ। ਇਸ ਵਕਤ ਜਿਹੜੇ ਰਹਿ ਚੁੱਕੇ ਨੇ, ਜਿਨ੍ਹਾਂ ਨੇ ਅਜੇ ਆਪਣੇ ਪੇਪਰਸ ਰੈਡੀ ਨਹੀਂ ਕੀਤੇ ਸੀ ਜਾਂ ਫਿਰ ਕਿਸੇ ਕਾਰਨ ਕਰਕੇ ਅਜੇ ਪੂਲ 'ਚ ਆਪਣੀ ਫਾਈਲ ਨਹੀਂ ਲਗਾਈ ਸੀ, ਹੁਣ ਉਹ ਪੈਨਿਕ ਹੋਣਾ ਸ਼ੁਰੂ ਹੋ ਚੁੱਕੇ ਨੇ ਕਿ ਉਹਨਾਂ ਕੋਲ ਅਪਰਚੁਨਿਟੀ ਹੈਗੀ ਸੀ ਪਰ ਉਹ ਇਸ ਦਾ ਇਸਤੇਮਾਲ ਨਹੀਂ ਕਰ ਸਕੇ। ਹੁਣ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਆਉਣ ਵਾਲੇ ਜਿਹੜੇ ਡਰਾਸ ਨੇ ਉਹਨਾਂ ਤੋਂ ਕੀ ਉਮੀਦਾਂ ਨੇ? ਹਾਂਜੀ ਬਿਲਕੁਲ ਜੀ, ਬਿਲਕੁਲ। ਇਹਦੇ ਵਿੱਚ ਮੈਂ ਇੱਕ ਦੋ ਮਤਲਬ ਗੱਲਾਂ ਸ਼ੇਅਰ ਕਰਨੀਆਂ ਚਾਹਣਾ ਹੈਗਾ ਜੀ। ਇੱਕ ਤਾਂ ਜਿਵੇਂ ਜੇ ਆਪਾਂ ਦੇਖਦੇ ਹੈਗੇ ਆ ਵੀ ਜਿਹੜਾ ਆ ਲਾਸਟ ਡਰਾ ਨਿਕਲਿਆ ਹੈਗਾ, ਇਹਦੇ ਵਿੱਚ ਜੇ ਸਿੰਪਲ ਜੇ ਆਪਾਂ ਬੇਸਿਕ ਗੱਲ ਵੀ ਲੈ ਕੇ ਚੱਲੀਏ ਵੀ 1 ਸਾਲ ਦਾ ਐਕਸਪੀਰੀਅੰਸ ਸੀਗਾ, ਜਿਹਦੇ ਕਿ 40 ਪੁਆਇੰਟਸ ਬਣਦੇ ਹੈਗੇ ਆ। ਦੂਸਰਾ, ਜੇ ਤੁਹਾਡੀ ਬੇਸਿਕ ਇੰਗਲਿਸ਼ ਸੀ ਜਿਹੜਾ 24 ਹੈ, ਜੇ ਬਿਲਕੁਲ ਬੇਸਿਕ ਲੱਗ ਚੱਲੀਏ ਵਿਦਾਊਟ ਏਜ, ਕਿਉਂਕਿ ਇਹਦੇ ਵਿੱਚ ਆਪਾਂ ਇੱਕ ਹੋਰ ਦੇਖਦੇ ਹਾਂ ਜੀ, ਕਿਉਂਕਿ ਇਹਦੇ ਵਿੱਚ ਇੱਕ ਸਟੂਡੈਂਟਸ ਤੋਂ ਬਿਨਾਂ ਜਿਹੜਾ ਹੁੰਦਾ ਹੈਗਾ ਵੀ ਜਿਵੇਂ ਕੋਈ LMIA ਤੇ ਹੈ, 1 ਸਾਲ ਦਾ ਉਹਨਾਂ ਨੇ ਕੰਮ ਕੀਤਾ, ਉਹਨਾਂ ਦੀ ਏਜ ਜ਼ਿਆਦਾ ਹੈ, ਇੰਗਲਿਸ਼ ਲੈਵਲ ਚੰਗਾ ਨਹੀਂ ਹੈਗਾ, ਤਾਂ ਉਹਨਾਂ ਨੂੰ ਵੀ ਇਹਨਾਂ ਨੇ ਮੌਕਾ ਦਿੱਤਾ ਗਿਆ। ਜੇ 45 ਇਅਰਸ ਦਾ ਕੋਈ ਸੀਗਾ, ਉਹਨੂੰ ਏਜ ਦੇ ਪੁਆਇੰਟਸ ਨਹੀਂ ਮਿਲਦੇ ਤਾਂ ਵੀ ਉਹ ਇਸ ਡਰਾ ਦੇ ਵਿੱਚ ਕੁਆਲੀਫਾਈ ਕਰ ਸਕਦਾ ਸੀਗਾ ਜੀ। ਤੇ ਇਹਦੇ ਵਿੱਚ ਮੈਂ ਇੱਕ ਦੱਸਣਾ ਚਾਹੁੰਦਾ, ਜਿਵੇਂ ਬਿਲਕੁਲ ਤੁਸੀਂ ਸਹੀ ਕਿਹਾ ਹੈਗਾ ਜੀ ਵੀ ਬਹੁਤ ਲੋਕਾਂ ਨੇ ਇਸੇ ਕਰਕੇ ਪ੍ਰੋਫਾਈਲ ਨਹੀਂ ਕ੍ਰੀਏਟ ਕੀਤੀ, ਜਿਨ੍ਹਾਂ ਦੇ 350 ਬਣਦੇ ਸੀਗੇ ਜਾਂ 400 ਤੋਂ ਘੱਟ ਸੀਗੇ, ਤਾਂ ਉਹਨਾਂ ਨੇ ਚਾਂਸ ਨਹੀਂ ਲਿਆ ਹੈਗਾ। ਤੇ ਜਿਹੜਾ ਸਾਡੀ ਕੰਪਨੀ ਨੇ ਜਿਹੜੀ ਅਸੈਸਮੈਂਟ ਕੀਤੀ ਆ, ਉਹਦੇ ਅਕੋਰਡਿੰਗ ਜਿਵੇਂ 52,000 ਨੂੰ ਇਹਨਾਂ ਨੇ ਕੀਤਾ ਸੀ ਵਰਕ ਪਰਮਿਟ ਦੇ ਵਿੱਚ, ਇਹਨਾਂ ਨੇ ਅਸੈਸ ਕੀਤਾ ਸੀ ਵੀ ਇੰਨੇ ਬੰਦੇ ਇਫੈਕਟ ਹੋ ਰਹੇ ਆ, 52,000 ਸਟੂਡੈਂਟਸ। ਉਹੋ ਜੀ ਬੇਸਿਕ ਦੀਆਂ ਅਸੈਸਮੈਂਟ ਕਰਕੇ ਜਿਵੇਂ 27,000 ਬੰਦਿਆਂ ਨੂੰ ਹੁਣ ਇਨਵੀਟੇਸ਼ਨ ਮਿਲਿਆ ਹੈਗਾ। ਆਈ ਥਿੰਕ 30,000 ਇੱਕ ਮਿੰਟ ਮੈਂ ਆਪਣੇ ਕਾਲਰ ਨੂੰ ਕਹਿਣਾ ਚਾਹਾਂਗੀ, ਕਾਲਰ ਪਲੀਜ਼ 1 ਮਿੰਟ ਲਈ ਹੋਲਡ ਕਰਿਓ। ਹਰਕਿਰਨ ਜੀ ਇੱਕ ਸਵਾਲ ਦਾ ਜਵਾਬ ਦੇ ਰਹੇ ਨੇ, 1 ਮਿੰਟ ਲਈ ਹੋਲਡ ਕਰਿਓ ਜੀ ਸਰ। ਹਾਂਜੀ, ਸਾਡੀ ਅਸੈਸਮੈਂਟ ਦੇ 30,000 ਬੰਦੇ ਹੋਰ ਕੁਆਲੀਫਾਈ ਹੋ ਸਕਦੇ ਸੀਗੇ ਜੀ ਇਸ ਸਕੋਰ ਤੇ ਜਿਹੜਾ ਗਿਆ ਹੈਗਾ ਸੋ ਫਾਰ। ਕਿਉਂਕਿ ਅਸੀਂ ਜਿਵੇਂ ਹੁਣ ਜਿਵੇਂ ਅਲਬਰਟਾ ਦੀ ਇੱਕ ਐਕਸਪ੍ਰੈਸ ਐਂਟਰੀ ਹੈਗੀ ਆ ਜੀ, ਉਹਦੇ ਵਿੱਚ 300 ਤੇ ਸਕੋਰ ਜਾਂਦਾ, ਲਾਸਟ ਡਰਾ ਵੀ ਉਹਦਾ 301 ਤੇ ਆਇਆ। ਏਦਾਂ ਹੀ BC ਦੇ ਵਿੱਚ ਵੀ ਕਾਫੀ ਪ੍ਰੋਬਲਮ ਆ ਰਹੀ ਸੀ। ਅਸੀਂ ਏਦਾਂ ਕਰਦੇ ਹੁੰਦੇ ਸੀਗੇ ਵੀ ਜਿਹੜੇ ਵੀ ਹੈਗੇ ਸਟੂਡੈਂਟ, ਜਦੋਂ ਉਹਨਾਂ ਦੀ 300 ਤੇ ਅਸੀਂ ਫਾਈਲ ਕ੍ਰੀਏਟ ਕਰ ਦਿੰਦੇ ਹੁੰਦੇ ਸੀਗੇ ਜੀ।
ਉਹਦੇ ਕਰਕੇ ਸਾਡੇ ਬਹੁਤ ਕਲਾਇੰਟਸ ਨੇ ਇਸ ਗੱਲ ਦਾ ਐਡਵਾਂਟੇਜ ਉਹਨਾਂ ਨੂੰ ਮਿਲਿਆ ਹੈਗਾ ਜੀ, ਵੀ ਕਿਉਂਕਿ ਉਹਨਾਂ ਦੀ ਪ੍ਰੋਫਾਈਲ ਕ੍ਰੀਏਟ ਕੀਤੀ ਹੋਈ ਸੀ ਤੇ ਇਦਾਂ ਹੋ ਗਿਆ ਹੈਗਾ ਜੀ। ਤੇ ਦੂਸਰੀ ਗੱਲ ਇਹ ਮੈਂ ਦੱਸਣਾ ਚਾਹੁੰਦਾ ਵੀ ਜਿਨ੍ਹਾਂ ਨੇ ਹੁਣ ਆਪਾਂ ਇੱਕ ਦਰਸ਼ਕ ਜੁੜ ਗਏ ਨੇ, ਉਹਨਾਂ ਦਾ ਪਹਿਲਾ ਸਵਾਲ ਲੈ ਲਈਏ। ਹੈਲੋ ਹਾਂਜੀ ਮੈਮ, ਦੱਸੋ ਜੀ ਕੀ ਸਵਾਲ ਹੈ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਇੱਥੋਂ ਐਬਸਪੋਰਟ BC ਤੋਂ ਬੋਲ ਰਹੀ ਹਾਂ ਜੀ। ਮੈਂ ਆਪਣੀ ਫਾਈਲ ਸਬਮਿਟ ਕੀਤੀ ਸੀ ਜੁਲਾਈ 2020 ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਅੰਦਰ। ਸੋ ਪ੍ਰੋਬਲਮ ਇਹ ਸੀ ਕਿ ਮੈਂ ਮੇਰੇ ਹਸਬੈਂਡ ਇੰਡੀਆ ਨੇ, ਤੇ ਮੈਂ ਆਪਣੇ ਹਸਬੈਂਡ ਨੂੰ ਫਾਈਲ ਦੇ ਵਿੱਚ ਇਨਕਲੂਡ ਨਹੀਂ ਕੀਤਾ ਸੀ। ਓਕੇ। ਸੋ ਉਹਦਾ ਪ੍ਰੋਸੈਸਿੰਗ ਟਾਈਮ ਕੀ ਆ, ਕਿੰਨਾ ਮੈਕਸਿਮਮ ਟਾਈਮ ਲੱਗ ਸਕਦਾ? ਬਿਕੋਜ਼ 6 ਮੰਥ ਜਿਹੜੇ ਓਵਰ ਹੋ ਚੁੱਕੇ ਤੇ ਹਜੇ ਤੱਕ ਮੈਨੂੰ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਆਇਆ, ਤੇ ਜਿਹੜੀ ਫਾਈਲ ਆ ਅਕੋਰਡਿੰਗ ਟੂ ਟਰੈਕਿੰਗ ਉਹ 100% ਹੋ ਚੁੱਕੀ ਹੈ। 100% ਹੋ ਚੁੱਕੀ ਹੈ ਜੀ। ਸਰ ਹਰਕਿਰਨ ਜੀ, ਕੋਈ ਸਵਾਲ ਦਾ ਜਵਾਬ ਤੁਸੀਂ ਇਹਨਾਂ ਦਾ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਆਪਾਂ ਆਨਸਰ ਦਈਏ? ਨਹੀਂ, ਆਪਾਂ ਇਹਨਾਂ ਨੂੰ ਆਨਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ ਜੀ ਸਰ। ਹਾਂਜੀ, ਜਿਵੇਂ ਆਪਾਂ ਪਹਿਲਾਂ ਹੀ ਦੱਸਿਆ ਸੀ ਵੀ ਉਹ ਬਾਰ ਕਈਆਂ ਦੇ 100% ਵੀ ਦਿਖਾਉਂਦੇ ਹੈਗੇ, ਪਰ ਹਜੇ ਤੱਕ ਉਹਨਾਂ ਨੂੰ ਨਹੀਂ ਹੋਇਆ ਕਿਉਂਕਿ ਇਹਦੇ ਵਿੱਚ ਨਾ ਪ੍ਰੋਸੈਸਿੰਗ ਟਾਈਮ ਦੇ ਵਿੱਚ ਕਾਫੀ ਡਿਲੇ ਹੋ ਰਹੀ ਆ, ਤਾਂ ਕਰਕੇ ਹੁਣ ਇਹਨਾਂ ਨੇ ਜਿਹੜੀ ਉਹ ਬਾਰ ਸੀਗੀ ਉਹ ਵੀ ਦਿਖਾਉਣੀ ਬੰਦ ਕਰ ਦਿੱਤੀ ਹੈਗੀ ਹੈ। ਜੇ ਇਹਨਾਂ ਦਾ ਹੋ ਗਿਆ ਹੈਗਾ, ਇਹ ਦੱਸਦੇ ਆ ਵੀ ਸਾਰਾ ਹੋ ਗਿਆ, ਤਾਂ ਪ੍ਰੋਬਬਲੀ ਇਹਨਾਂ ਨੂੰ ਅਗਲੇ 4 ਤੋਂ 6 ਵੀਕ ਦੇ ਵਿੱਚ ਕੋਈ ਵੀ ਅਪਡੇਟ ਆ ਸਕਦੀ ਹੈ, ਕਿਉਂਕਿ ਹੁਣ ਇਹਨਾਂ ਨੇ ਇਹ ਕਰ ਲਿਆ ਹੈਗਾ ਵੀ ਇਹ ਜਿਹੜੀ ਆ ਪੋਰਟ ਆਫ ਐਂਟਰੀ ਤੇ ਤੁਹਾਨੂੰ ਜਾਣ ਦੀ ਲੋੜ ਨਹੀਂ ਹੈਗੀ, ਉਹ ਸਿੱਧਾ ਹੀ ਲੈਂਡਿੰਗ ਡਾਕੂਮੈਂਟਸ ਭੇਜਦੇ ਹੈਗੇ ਆ ਜੀ। ਉਹਦੇ ਵਾਸਤੇ ਇਹਨਾਂ ਨੂੰ ਇੱਕ ਵਾਰ ਦੁਬਾਰਾ ਵੈਰੀਫਾਈ ਕਰਦੇ ਹੈਗੇ ਆ ਜੀ, ਉਹਦੇ ਕਰਕੇ ਟਾਈਮ ਲੱਗ ਜਾਂਦਾ ਹੈਗਾ। ਅਦਰਵਾਈਜ਼ ਇਹਨਾਂ ਦਾ ਪ੍ਰੋਸੈਸ ਕੰਪਲੀਟ ਹੋ ਗਿਆ ਤਾਂ ਮੋਸਟ ਪ੍ਰੋਬਬਲੀ ਇਹਨਾਂ ਨੂੰ ਛੇਤੀ ਹੋਈ ਅਗਲੀ ਇਨਫੋਰਮੇਸ਼ਨ ਮਿਲੇ ਜੀ। ਬਿਲਕੁਲ ਸਰ, ਇਹ ਵੀ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਨਵੀਆਂ ਫਾਈਲਸ ਪਿਕ ਕੀਤੀਆਂ ਜਾ ਰਹੀਆਂ ਨੇ, ਉਹਦੇ ਕਰਕੇ ਜਿਹੜੀਆਂ ਪੁਰਾਣੀਆਂ ਫਾਈਲਸ ਨੇ ਹਜੇ ਉਹਨਾਂ ਦੀ ਪ੍ਰੋਸੈਸਿੰਗ ਸਲੋ ਹੋ ਰਹੀ ਹੈ। ਹਾਂਜੀ ਬਿਲਕੁਲ ਜੀ, ਕਿਉਂਕਿ ਪ੍ਰੋਸੈਸਿੰਗ ਦੀ ਸਟੇਜ ਵਾਈਜ਼ ਹੁੰਦੀ ਹੈ ਜੀ, ਵੀ ਕਿਹੜੀ ਸਟੇਜ ਤੇ ਕਿਹੜੀ ਫਾਈਲ ਜਾ ਰਹੀ ਹੈਗੀ ਆ ਜੀ। ਇਹਦੇ ਵਿੱਚ ਇੱਕ ਮੈਂ ਹੋਰ ਹੁਣ ਜਿਵੇਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਇੱਕ ਡਰਾ ਆਇਆ, ਇਹਦੇ ਕਾਫੀ ਸਾਨੂੰ ਕੰਸਰਨ ਆਇਆ ਸਟੂਡੈਂਟਸ ਦਾ। ਇਹਦੇ ਚ ਇੱਕ ਪੁਲਿਸ ਕਲੀਅਰੈਂਸ ਦਾ ਬਹੁਤ ਕੰਸਰਨ ਆਇਆ ਹੈਗਾ ਜੀ, ਵੀ ਪੁਲਿਸ ਕਲੀਅਰੈਂਸ ਕਿੱਥੇ ਦੀ ਚਾਹੀਦੀ ਹੈ, ਕਿਹੜੀ ਚਾਹੀਦੀ ਹੈਗੀ ਆ, ਕਿਉਂਕਿ ਇਹਦੇ ਵਿੱਚ ਉਹਦੇ ਚ ਟਾਈਮ ਬਹੁਤ ਲੱਗ ਰਿਹਾ ਹੈਗਾ। ਉਹ ਮੈਂ ਇੱਕ ਦੱਸਣਾ ਚਾਹੁੰਦਾ ਹੈਗਾ ਵੀ ਜਿਹੜੇ ਵੀ ਕੰਟਰੀਜ਼ ਤੁਸੀਂ 6 ਮਹੀਨੇ ਰਹੇ ਹੋ ਜਾਂ 6 ਮਹੀਨੇ ਤੋਂ ਵੱਧ ਰਹੇ ਹੋ, ਉੱਥੇ ਦੀ ਤੁਹਾਨੂੰ ਪੁਲਿਸ ਕਲੀਅਰੈਂਸ ਚਾਹੀਦੀ ਆ। ਹੁਣ ਖਾਸ ਕਰਕੇ ਇੰਡੀਆ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਹੈਗਾ, ਇਹਦੇ ਵਿੱਚ 2 ਤਰ੍ਹਾਂ ਤੁਸੀਂ ਕਰ ਸਕਦੇ ਹੋ। ਇੱਕ ਤਾਂ ਤੁਸੀਂ BLS ਦੇ ਥਰੂ ਕਰ ਸਕਦੇ ਹੈਗੇ। ਦੂਸਰੀ ਜਿਹੜੀ ਬਹੁਤ ਇੰਪੋਰਟੈਂਟ ਗੱਲ ਹੈਗੀ ਆ ਜੀ, ਉਹ ਪੁਲਿਸ ਕਲੀਅਰੈਂਸ ਤੁਸੀਂ ਇੰਡੀਆ ਤੋਂ ਲੈ ਸਕਦੇ ਹੋ, ਪਰ ਇਟ ਸ਼ੁੱਡ ਬੀ ਤੁਹਾਡੇ ਲੋਕਲ ਡਿਸਟ੍ਰਿਕਟ ਪੁਲਿਸ ਸਟੇਸ਼ਨ ਤੋਂ ਹੋਣੀ ਚਾਹੀਦੀ ਹੈਗੀ ਆ ਜੀ, ਕਿਉਂਕਿ ਇੰਡੀਆ ਦੇ ਵਿੱਚ ਹੁਣ ਹਰ ਡਿਸਟ੍ਰਿਕਟ ਦੇ ਵਿੱਚ ਇੱਕ ਸੁਵਿਧਾ ਕੇਂਦਰ ਬਣਾਏ ਹੋਏ ਹੈਗੇ ਆ ਜੀ, ਉੱਥੇ ਤੁਸੀਂ ਅਪਲਾਈ ਕਰ ਸਕਦੇ ਹੋ। ਪਰ ਕਈ ਵਾਰ ਕਈ ਸਟੂਡੈਂਟਸ ਨੇ ਜਾਂ ਅੱਗੇ ਪਹਿਲਾਂ ਇਹ ਕਰ ਚੁੱਕੇ ਹੈਗੇ ਆ, ਉਹ ਆਪਦੇ ਜਿਹੜਾ ਉਹਨਾਂ ਨੂੰ ਜਿਹੜਾ ਉਹਨਾਂ ਦੇ ਘਰ ਦੇ ਕੋਲ ਕੋਈ ਥਾਣਾ ਜਾਂ ਪੁਲਿਸ ਚੌਂਕੀ ਲੱਗਦੀ ਆ, ਉੱਥੋਂ ਲੈ ਲੈਂਦੇ ਆ। ਉਹ ਪੁਲਿਸ ਕਲੀਅਰੈਂਸ ਨਹੀਂ ਵੈਰੀਫਾਈ ਕੀਤੀ ਜਾਂਦੀ, ਉਹ ਨਹੀਂ ਕੰਸੀਡਰ ਕੀਤੀ ਜਾਂਦੀ। ਇਹ ਗੱਲ ਦਾ ਬਹੁਤ ਧਿਆਨ ਰੱਖਿਆ ਜਾਵੇ ਜੀ। ਬਿਲਕੁਲ। ਤੇ ਸਰ ਤੁਸੀਂ ਦੱਸ ਰਹੇ ਸੀਗੇ ਕੁਝ ਜ਼ਰੂਰੀ ਗੱਲਾਂ ਕਿ ਪ੍ਰੋਸੈਸ ਜਿਨ੍ਹਾਂ ਦੀ ਇਸ ਵਕਤ ਫਾਈਲ ਨਹੀਂ ਲੱਗੀ ਹੈਗੀ, ਜਿਨ੍ਹਾਂ ਨੇ ਪੂਲ 'ਚ ਨਹੀਂ ਪਾਈ ਹੈਗੀ, ਉਹਨਾਂ ਨੂੰ ਕੀ ਕਰਨਾ ਚਾਹੀਦਾ? ਹਾਂਜੀ, ਫਸਟ ਆਫ ਆਲ ਤਾਂ ਜਿਨ੍ਹਾਂ ਨੇ ਹਜੇ ਤੱਕ ਫਾਈਲ ਪੂਲ ਦੇ ਵਿੱਚ ਨਹੀਂ ਪਾਈ ਹੈਗੀ, ਉਹਨਾਂ ਨੂੰ ਸਭ ਤੋਂ ਪਹਿਲਾਂ ਆਪਦਾ ਚਾਹੀਦਾ ਹੈਗਾ ਆਪਦੀ ਪ੍ਰੋਫਾਈਲ ਬਣਾਉਣ ਵਾਸਤੇ ਕਿਸੇ ਨੂੰ ਵੀ ਤੁਸੀਂ ਕੰਟੈਕਟ ਕਰੋ, ਤੁਸੀਂ ਆਪਦੀ ਪ੍ਰੋਫਾਈਲ ਬਣਾਓ। ਤੇ ਦੂਸਰਾ ਇੱਕ ਇਹ ਹੈਗਾ ਵੀ ਕਈ ਵਾਰ ਸਟੂਡੈਂਟਸ ਨੂੰ ਜਾਂ ਏਦਾਂ ਹੋ ਜਾਂਦਾ ਵੀ ਅਸੀਂ ਵੈਸ ਨਹੀਂ ਕਰਵਾਈ, ਸਾਨੂੰ ਵੈਸ ਦੀ ਵੇਟ ਕਰਨ ਦੀ ਲੋੜ ਹੈ। ਮੈਂ 1 ਮਿੰਟ ਕਾਲਰ ਨੂੰ ਕਵਾਂਗੀ, 1 ਮਿੰਟ ਲਈ ਪਲੀਜ਼ ਹੋਲਡ ਕਰਿਓ, 1 ਮਿੰਟ ਲਈ ਹੋਲਡ ਕਰਿਓ ਜੀ ਸਰ। ਵੀ ਤੁਹਾਨੂੰ ਕੰਡੈਂਸ਼ੀਅਲ ਅਸੈਸਮੈਂਟ ਕਰਾਉਣ ਵੇਟ ਕਰਨ ਦੀ ਲੋੜ ਨਹੀਂ। ਤੁਸੀਂ ਗ੍ਰੇਡ 12 ਕੀਤਾ ਹੈਗਾ ਜਾਂ ਉਦੋਂ ਬਾਅਦ ਜਿਹੜਾ ਡਿਪਲੋਮਾ ਕੀਤਾ, ਉਹਦੇ ਬੇਸ ਤੇ ਫਾਈਲ ਲਾ ਦਿਓ। ਜਦੋਂ ਉਹ ਪੁੱਛਦੇ ਆ ਵੀ ਤੁਹਾਡੇ ਕੋਲ ਕੰਡੈਂਸ਼ੀਅਲ ਅਸੈਸਮੈਂਟ ਹੈਗੀ ਆ, ਤਾਂ ਤੁਸੀਂ ਉਹਤੇ ਭਰ ਦਿਓ ਨਹੀਂ ਹੈਗੀ, ਪਰ ਤੁਸੀਂ ਉਹਦੇ ਕਰਕੇ ਵੇਟ ਨਾ ਕਰੋ। ਉਹ ਪ੍ਰੋਸੈਸ ਕਰਕੇ ਆਪਦੀ ਫਾਈਲ ਪੂਲ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰੋ, ਕਿਉਂਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀਆਂ ਜਿਹੜੀਆਂ 27,000 ਸੀ, ਉਹ ਐਪਲੀਕੇਸ਼ਨਾਂ ਸਾਰੀਆਂ ਇਨਵੀਟੇਸ਼ਨ ਆ ਚੁੱਕੇ ਆ, ਤਾਂ ਉਹ ਪੂਲ ਦੇ ਵਿੱਚ ਹੁਣ ਬਹੁਤ ਲੋਕਾਂ ਨੇ ਪਾਈਆਂ। ਪਿਛਲੇ ਮੰਡੇ ਜਾਂ ਟਿਊਜ਼ਡੇ ਇਹਨਾਂ ਦਾ ਈਵਨ ਜਿਹੜਾ ਪੋਰਟਲ ਸੀ ਉਹ ਵੀ ਸਲੋ ਸੀ, ਕਿਉਂਕਿ ਲੋਕੀ ਇਹਦੇ ਵਿੱਚ ਫਾਈਲਸ ਹੁਣ ਪਾ ਰਹੇ ਨੇ। ਪਰ ਮੇਕ ਸ਼ੋਰ ਕਰੋ ਤੁਸੀਂ ਆਪਦੇ ਨੌਕ ਕੋਡ ਦਾ, ਵਰਕ ਐਕਸਪੀਰੀਅੰਸ ਦਾ, ਇਹਨਾਂ ਗੱਲਾਂ ਦਾ ਮੇਨ ਧਿਆਨ ਰੱਖੋ ਵੀ ਤੁਸੀਂ ਕਿਹੜੀ ਕੈਟਾਗਰੀ ਦੇ ਵਿੱਚ ਆਪਦਾ ਪ੍ਰੋਫਾਈਲ ਕ੍ਰੀਏਟ ਜੀ। ਬਿਲਕੁਲ ਸਰ, ਸਾਡੇ ਨਾਲ ਇੱਕ ਕਾਲਰ ਹੋਰ ਜੁੜ ਗਏ ਨੇ, ਉਹਨਾਂ ਦਾ ਸਵਾਲ ਲੈ ਲਈਏ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ ਸਰ ਤੇ ਕੀ ਸਵਾਲ ਹੈ? ਮੈਂ ਬ੍ਰੈਂਪਟਨ ਤੋਂ ਬੋਲ ਰਹਾ ਹੂੰ ਜੀ ਸਰ। अच्छा, बेसिकली क्या है कि बेटे के वास्ते पूछना सीगा मैंने। एक्चुअली वो 12th करके ਇੱਥੇ ਆਏ ਸੀ ਜੀ। he did like 2 years program from Sheridan College। ਉਹਦੇ ਬਾਅਦ ਮਤਲਬ ਪਾਰਟ ਟਾਈਮ ਜੌਬ ਕੀਤੀ, ਉਹਦਾ ਫੁੱਲ ਟਾਈਮ ਵੀ ਕੀਤੀ, ਉਹਨੇ 에어ਪੋਰਟ ਤੇ ਜੌਬ ਕੀਤੀ ਸੀਗੀ। ਤੇ ਉਹਦਾ ਮਤਲਬ ਲਾਈਕ ਕੀ ਹੋ ਸਕਦਾ, ਲਾਈਕ ਹੀ ਇਜ਼ ਲੁਕਿੰਗ ਫॉर ਐਕਚੁਅਲੀ ਰਾਈਟ ਨਾਓ ਹੀ ਇਜ਼ ਲੁਕਿੰਗ ਫॉर LMI। ਤੇ
ਉਹਨੂੰ Okay. ਪੀਆਰ ਜਿੱਦਾਂ ਮਤਲਬ ਕੀ ਬੈਸਟ ਪੋਸਿਬਿਲਿਟੀ ਹੋ ਸਕਦੀ ਹੈ ਉਸ ਵਾਸਤੇ। ਪੀਆਰ ਦੇ ਲਈ ਤੁਸੀਂ ਪੁੱਛ ਰਹੇ ਹੋ, 1 ਮਿੰਟ ਲਈ ਤੁਸੀਂ ਹੋਲਡ ਕਰਿਓ। ਹਰਕਿਰਨ ਜੀ, ਤੁਹਾਨੂੰ Sure ਜੀ, ਸਵਾਲ sure. ਸਮਝ ਆ ਗਿਆ? ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਇਹਨਾਂ ਨੂੰ? ਹਾਂਜੀ, ਉਹਨਾਂ ਨੇ ਹਾਂਜੀ। ਜਿਹੜੀ ਜੌਬ ਕੀਤੀ ਹੈ, ਕਿਹੜੀ ਜੌਬ ਕੀਤੀ ਸਰ, ਹੈਗੀ, ਕਿਸ ਤੁਸੀਂ ਤਰ੍ਹਾਂ ਦੀ ਜੌਬ ਦੱਸ ਕੀਤੀ? ਸਕਦੇ ਹੋ ਤੁਹਾਡੇ ਬੇਟੇ ਨੇ ਕਿਹੜੀ ਜੌਬ ਕੀਤੀ ਹੈ, ਕਿਸ ਟਾਈਪ ਦੀ ਜਾਂ ਕਿਹੜੇ ਨੌਕ ਦੀ ਜੌਬ ਕੀਤੀ ਹੈ? ਉਹ ਮੇਰਾ ਉਹ ਕਿਤੇ ਯੂਟਿਲਿਟੀ ਵਰਕਰ ਹੈ, ਯੂਟਿਲਿਟੀ ਵਰਕਰ ਐਟ 에어ਪੋਰਟ Okay. ਕੀਤੀ ਹੈ। ਮੈਨੂੰ ਲੱਗਦਾ ਕਿ ਲਾਈਕ ਇਟਸ ਟਾਈਪ ਡੀ ਔਰ ਮੈਨੂੰ ਆਈਡੀਆ ਨਹੀਂ ਐਕਚੁਅਲੀ ਉਹਦਾ ਨਾ। ਮੈਂ ਯੂਟਿਲਿਟੀ ਵਰਕਰ ਦੇ ਤੌਰ ਤੇ ਸਰ ਉਹਨਾਂ ਨੇ ਕੀਤੀ ਹੈ। ਹਾਂਜੀ ਹਾਂਜੀ, ਜੇ ਤਾਂ ਆਪਾਂ ਟੀਵੀ ਸਕਰੀਨ ਤੇ ਆਨਸਰ ਹਾਂਜੀ, ਦਈਏ ਆਪਾਂ- ਇਹਨਾਂ ਨੂੰ? ਜਾਂ ਜੀ, ਬਿਲਕੁਲ ਤੁਸੀਂ TV ਟੀਵੀ screen ਸਰ ਤੇ ਆ ਟੀਵੀ ਸਕਦੇ। ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਓਕੇ। ਹਾਂਜੀ, ਬਿਲਕੁਲ ਜੀ। ਜੇ ਉਹਨਾਂ ਨੇ ਚਾਹੇ ਪਾਰਟ ਟਾਈਮ ਕੀਤੀ ਹੈਗੀ ਆ ਜੌਬ, ਪਰ ਜੇ ਉਹਨਾਂ ਨੇ ਜਿਵੇਂ ਮੈਂ ਦੱਸਿਆ ਉਹ A ਤੇ B ਕੈਟਾਗਰੀ ਦੀ ਜੌਬ ਕੀਤੀ ਹੈਗੀ ਆ, 1560 ਆਵਰਸ ਕੰਪਲੀਟ ਕਰਦੇ ਹੈਗੇ ਆ, ਤਾਂ ਉਹ ਐਲੀਜੀਬਲ ਹੋ ਸਕਦੇ ਆ ਕੈਨੇਡੀਅਨ ਐਕਸਪੀਰੀਅੰਸ ਕਾਰਡ ਦੇ ਵਿੱਚ ਪ੍ਰੋਫਾਈਲ ਕ੍ਰੀਏਟ ਕਰਨ। ਤੇ ਦੂਸਰੀ ਜਿਹੜੀ ਮੈਂ ਇੱਕ ਆਮ ਦੱਸਣਾ ਚਾਹੁੰਦਾ ਹੈਗਾ, ਇੱਥੇ ਵੀ ਸਾਡੇ ਕੋਲ ਕਈ ਕੰਸਰਨ ਆਉਂਦੇ ਹੈਗੇ ਆ ਤੇ ਸਟੂਡੈਂਟਸ ਜਾਂ ਆਮ ਕਹਿ ਲੈਂਦੇ ਆ ਜਾਂ ਉਹਨਾਂ ਨੇ ਸੁਣਿਆ ਹੁੰਦਾ ਜੀ ਅਸੀਂ EMPLOYER ਤੋਂ LMIA ਲੈ ਲਈਏ। LMIA ਲਾਣਾ ਇਹ ਇੱਕ ਠੀਕ ਆ ਵੀ ਥੋੜੇ ਪੁਆਇੰਟਸ ਬੂਸਟ ਹੋ ਜਾਣਗੇ, ਪਰ LMIA ਲੈਣਾ ਤੁਹਾਡੇ ਬੱਸ ਦੇ ਵਿੱਚ ਨਹੀਂ ਹੈਗਾ। ਇਹ ਇੱਕ ਮੈਕੈਨਿਜ਼ਮ ਆ ਜਿਹਦੇ ਗੋ ਥਰੂ ਤੁਹਾਨੂੰ ਹੋਣਾ ਪੈਣਾ। ਇਹ ਤੁਹਾਡੇ EMPLOYER ਨੂੰ ਇਹ ਦੇਖਣਾ ਪੈਣਾ ਵੀ ਇੱਥੇ ਕੋਈ ਵੀ ਕੈਨੇਡੀਅਨ ਵਰਕਰ ਨਹੀਂ ਮਿਲ ਰਿਹਾ ਉਹਨੂੰ, ਦੈਟਸ ਵਾਈ ਉਹਨੂੰ ਇੱਕ ਮੈਕੈਨਿਜ਼ਮ ਆ ਵੀ ਉਹਦੇ ਗੋ ਥਰੂ ਹੋ ਕੇ ਫਿਰ ਉਹ ਤੁਹਾਨੂੰ LMIA ਦੇ ਸਕਦਾ। ਇਹ ਨਹੀਂ ਵੀ ਤੁਸੀਂ ਹੈਗੇ ਹੋ ਤਾਂ ਉਹਨੇ ਤੁਹਾਨੂੰ LMIA ਦੇਣੀ। ਤਾਂ ਉਹਦੇ ਨਾਲੋਂ ਬੈਟਰ ਆ ਹੋਰ ਚੀਜ਼ਾਂ ਐਕਸਪਲੋਰ ਕਰੋ। ਆਹ ਸਾਲ ਦੇ ਵਿੱਚ ਬਹੁਤ ਤੁਹਾਨੂੰ ਓਪਰਚੁਨਿਟੀਜ਼ ਮਿਲਣੀਆਂ ਨੇ। ਅਪ ਟੂ ਡੇਟ ਆਫ ਦਾ ਐਕਸਪੀਰੀਅੰਸ ਰੱਖੋ, ਆਪਦਾ ਇੰਗਲਿਸ਼ ਇੰਪਰੂਵ ਕਰੋ, ਉਹ ਬੈਟਰ ਹੈਗਾ ਸੋ ਫਾਰ LMIA। ਜੀ ਬਿਲਕੁਲ। ਤੇ ਸਰ ਹੁਣ ਆਪਣਾ ਜਿਹੜਾ ਨੈਕਸਟ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਡਰਾ ਨਿਕਲਣਾ, ਉਹਦੇ ਤੋਂ ਕੀ ਆਪਾਂ ਐਕਸਪੈਕਟੇਸ਼ਨਸ ਹੈਗੀਆਂ ਨੇ? ਕਿਉਂਕਿ ਬਹੁਤ ਸਾਰੇ ਸਟੂਡੈਂਟਸ ਹੁਣ ਉਹਦੇ ਤੇ ਆਸਾਂ ਲਗਾਏ ਹੋਏ ਨੇ, ਜਿਨ੍ਹਾਂ ਨੇ ਹਜੇ ਤੱਕ ਫਾਈਲ ਕ੍ਰੀਏਟ ਨਹੀਂ ਕੀਤੀ ਸੀ। ਆਪਣੀ ਫਾਈਲ ਵੀ ਕ੍ਰੀਏਟ ਕਰ ਲਈ, ਆਪਣੇ ਡਾਕੂਮੈਂਟਸ ਵੀ ਰੈਡੀ ਕਰ ਰਹੇ ਨੇ। ਆਉਣ ਵਾਲੇ ਟਾਈਮਸ ਜਿਹੜੇ ਡਰਾ ਹੋਣਗੇ ਕਿਵੇਂ ਤੱਕ ਜਾ ਸਕਦੇ ਨੇ, ਕੀ ਉਹਨਾਂ ਤੋਂ ਉਮੀਦ ਹੋ ਸਕਦੀ ਹੈ? ਹਾਂਜੀ, ਆਉਣ ਵਾਲੇ ਟਾਈਮ ਦੇ ਵਿੱਚ ਡੈਫੀਨਿਟਲੀ ਡਰਾ ਘੱਟ ਰਹਿਣਗੇ, ਪਰ ਜ਼ਰੂਰੀ ਨਹੀਂ ਵੀ ਇਹ ਜਿਹੜਾ ਹੁਣ ਟੱਚ ਹੋਇਆ 75 ਇਹ ਮਾਰਕ ਟੱਚ ਹੋਵੇ, ਕਿਉਂਕਿ ਇਹ ਸਿਰਫ ਇੱਕ ਵਾਰ ਹੋਇਆ। ਇਸ ਤੋਂ ਪਹਿਲਾਂ ਹੁਣ ਤੱਕ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ 2017 ਦੇ ਵਿੱਚ ਇੱਕ ਫੈਡਰਲ ਸਕਿੱਲ ਟ੍ਰੇਡ ਦਾ ਡਰਾ ਗਿਆ ਸੀ, ਜਿਹੜਾ ਕਿ 199 ਗਿਆ ਸੀ। ਉਸ ਤੋਂ ਬਾਅਦ ਇਹ ਡਰਾ ਜਿਹੜਾ ਇੱਥੇ ਗਿਆ, ਇਹ ਫਿਰ ਵੀ ਸਟੂਡੈਂਟਸ ਨੂੰ ਆਪਦੀਆਂ ਪ੍ਰੋਫਾਈਲਸ, ਕਿਉਂਕਿ 119 ਹੋ ਸਕਦਾ 119 ਜਾਂ 200 ਦੇ ਕਰੀਬ ਰਹਿ ਜਾਵੇ, ਠੀਕ ਆ ਜੀ। ਪਰ ਤੁਸੀਂ ਬੀ ਰੈਡੀ ਫॉर ਐਵਰੀਥਿੰਗ। ਵੀ ਜਿਹੜਾ ਵੀ ਤੁਸੀਂ ਕਰਨਾ, ਆਪਦੀ ਪ੍ਰੋਫਾਈਲ ਕ੍ਰੀਏਟ ਕਰੋ। ਡਜ਼ਨਟ ਮੈਟਰ ਤੁਸੀਂ PNP ਦੇ ਪ੍ਰੋਗਰਾਮ ਦੇ ਵਿੱਚ ਲਾਈਆਂ ਨੇ ਫਾਈਲਸ, ਪਰ ਫਿਰ ਵੀ ਤੁਸੀਂ ਐਕਸਪ੍ਰੈਸ ਐਂਟਰੀ ਤੇ ਆਪਦੀ ਪ੍ਰੋਫਾਈਲ ਜੀ ਬਿਲਕੁਲ। ਇੱਕ ਲਾਸਟ ਕਾਲਰ ਸਾਡੇ ਨਾਲ ਜੁੜ ਗਏ ਨੇ। ਲਾਸਟ ਕਾਲ ਅਸੀਂ ਲੈ ਰਹੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ, ਮੈਂ ਸਰੀ ਤੋਂ ਬੋਲ ਰਹੀ ਹਾਂ। ਮੇਰਾ ਕੁਐਸਚਨ ਇਹ ਆ ਕਿ ਮੇਰੇ ਬ੍ਰਦਰ ਆ, ਉਹਨਾਂ ਦੀ ਕੁੱਕ ਦਾ ਵਰਕ ਪਰਮਿਟ ਇੰਡੀਆ ਤੋਂ ਉਹਨਾਂ ਦਾ ਲਾਈਕ ਅਪਰੂਵਡ ਹੋ ਗਿਆ ਆ। ਤਾਂ ਮੈਂ ਪੁੱਛਣਾ ਸੀਗਾ ਉਹ ਟਰੈਵਲ ਕਰ ਸਕਦੇ ਆ? ਐਂਡ ਸੈਕੰਡ ਇੱਕ ਹੋਰ ਕੁਐਸਚਨ ਹੈ ਮੇਰਾ। ਜੀ ਰੱਖੋ ਸਵਾਲ। ਕੀ ਸਵਾਲ ਹੈ ਤੁਹਾਡਾ? ਅੱਜ ਕੱਲ ਜਿਹੜੀ ਆ PCC ਲਾਈਕ ਆਪਾਂ ਜਿਹੜੀ ਐਕਸੈਂਟਰੀ ਦੀ PCC ਕਰਵਾਉਣੀ ਹੁੰਦੀ ਆ, ਹੁਣੀ ਥੋੜੇ ਲਾਈਕ ਹੁਣੀ ਕੱਲ ਦਾ ਰੌਲਾ ਚੱਲਣ ਦਿਆ ਕਿ ਇੰਡੀਆ ਤੋਂ ਜਿਹੜੀ PCC ਆਉਂਦੀ ਹੁੰਦੀ ਆ ਉਹ ਵੈਲਿਡ ਨਹੀਂ। ਤੁਸੀਂ ਜੇ ਪੂਰਾ ਪ੍ਰੋਗਰਾਮ ਦੇਖਿਆ ਹੋਵੇ, ਹਰਕਿਰਨ ਜੀ ਨੇ ਤੁਹਾਨੂੰ ਇਹਦੇ ਚ ਡਿਟੇਲ ਚ ਜਾਣਕਾਰੀ ਦਿੱਤੀ ਹੈ ਕਿ ਕਿਹੜੀਆਂ ਵੈਲਿਡ ਨੇ, ਕਿਹੜੀਆਂ ਵੈਲਿਡ ਨਹੀਂ ਹੈਗੀਆਂ। ਓਕੇ ਜੀ, ਠੀਕ ਹੈ। ਤੁਸੀਂ ਅਦਰਵਾਈਜ਼ ਤੁਸੀਂ ਫੇਸਬੁੱਕ ਤੇ ਦੁਬਾਰਾ ਦੇਖ ਸਕਦੇ ਹੋ ਪ੍ਰੋਗਰਾਮ, ਨਾਲ YouTube ਤੇ ਵੀ ਅਪਲੋਡ ਹੋਏਗਾ। ਤੁਸੀਂ ਦੁਬਾਰਾ ਬੈਕ ਕਰਕੇ ਦੇਖ ਲਿਓ, ਸਾਰੀ ਉਹ ਚ ਡਿਟੇਲ ਉਹਨਾਂ ਨੇ ਦਿੱਤੀ ਹੋਈ ਹੈ। ਹਾਂਜੀ ਜੀ, ਠੀਕ ਹੈ। ਸ਼ੁਕਰੀਆ ਜੀ ਕਾਲ ਕਰਨ ਲਈ। ਸਰ, ਕਦੋਂ ਤੱਕ ਇੱਥੇ ਆ ਸਕਦੇ ਨੇ? ਕਹਿੰਦੇ ਕੁੱਕ ਦੀ ਉਹਨਾਂ ਦੇ ਬ੍ਰਦਰ ਦੀ ਜਿਹੜੀ ਹੈ LMIA ਅਪਰੂਵ ਹੋ ਚੁੱਕੀ ਹੈ, ਵਰਕ ਪਰਮਿਟ ਅਪਰੂਵ ਹੋ ਚੁੱਕਿਆ, ਵਿਜ਼ਿਟ ਕਰ ਸਕਦੇ ਨੇ ਕਿ ਉਹ ਇੱਥੇ ਆ ਸਕਦੇ ਨੇ? ਹਾਂਜੀ, ਹੁਣ ਕਿਉਂਕਿ ਹੁਣ ਕੁਝ ਚਿਰ ਤੋਂ ਵਰਕ ਪਰਮਿਟ ਅਪਰੂਵ ਹੋਣ ਲੱਗੇ ਹੈਗੇ ਜੀ। ਜਿਹੜੇ ਬਿਜ਼ਨਸ ਇੱਥੇ ਕਰਦੇ ਆ ਉਹਨਾਂ ਨੂੰ ਇੱਕ ਤਾਂ ਹੈਗਾ ਵੀ ਉਹ ਆ ਸਕਦੇ ਹੈਗੇ, ਜੇ ਉਹਨਾਂ ਨੂੰ ਨਵੀਂ ਲੈਟਰ ਲੈਣੀ ਪੈਣੀ ਹੈਗੀ, ਆਪਦੇ EMPLOYER ਤੋਂ ਸ਼ੋ ਕਰਨਾ ਪੈਣਾ ਹੈਗਾ ਆਉਣ ਤੋਂ ਪਹਿਲਾਂ ਵੀ ਉਹ ਬਿਜ਼ਨਸ ਉਹਨਾਂ ਦਾ ਚੱਲ ਰਿਹਾ ਹੈਗਾ। ਦੂਸਰੀ ਇੱਕ ਹੁੰਦੀ ਹੈ ਲੈਟਰ ਆਫ ਇੰਟਰੋਡਕਸ਼ਨ ਹੁੰਦੀ ਹੈਗੀ ਆ, ਵੀ ਉਹ ਲੈ ਕੇ ਉਹਨਾਂ ਨੇ ਪੋਰਟ ਆਫ ਐਂਟਰੀ ਤੇ ਆਉਣਾ, ਉੱਥੋਂ ਉਹਨਾਂ ਨੂੰ ਵਰਕ ਪਰਮਿਟ ਮਿਲਣਾ ਹੈਗਾ। ਬਾਕੀ ਜਿਹੜੀਆਂ ਟਰੈਵਲ ਰਿਸਟ੍ਰਿਕਸ਼ਨਸ ਵਾਲੀਆਂ ਹੈਗੀਆਂ ਨੇ, ਉਹਨਾਂ ਨੂੰ ਅਰਾਈਵ ਕੈਨ ਜਾਂ ਉਹ ਕਰਨਾ ਪੈਣਾ। ਉਹਦੇ ਵਾਸਤੇ ਸਾਡੇ ਆਫਿਸ ਨਾਲ ਕੰਟੈਕਟ ਕਰਨ, ਸਰੀ ਆਫਿਸ ਨਾਲ ਕੰਟੈਕਟ ਕਰ ਲੈਣ, ਉਹ ਇਹਨਾਂ ਨੂੰ ਸਾਰੀ ਇਨਫੋਰਮੇਸ਼ਨ ਦੇ ਦੇਣਗੇ ਵੀ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ। ਕਿਉਂਕਿ ਹੁਣ ਜਿਵੇਂ ਨਵੀਆਂ ਟਰੈਵਲ ਰਿਸਟ੍ਰਿਕਸ਼ਨਸ ਹੋ ਗਈਆਂ ਨੇ, ਉਹਨਾਂ ਨੇ ਕਦੋਂ ਆਉਣਾ ਹੈਗਾ। ਜਿਵੇਂ ਹੁਣ ਅੱਜ ਤੱਕ ਇਹਨਾਂ ਨੇ ਕੈਨੇਡਾ ਨੇ ਕੀਤਾ ਹੋਇਆ ਸੀ, ਜਿਹੜੇ ਡੈਜ਼ਿਗਨੇਟਡ ਹੋਟਲ ਸੀਗੇ ਉਹਨਾਂ ਦੀ ਐਪਲੀਕੇਸ਼ਨ ਲੈਣੀ ਸੀਗੀ, ਫਿਰ ਇਹਨਾਂ ਨੇ ਮੈਨੂੰ 22 ਤੋਂ ਸਟਾਰਟ ਕਰ ਦੇਣਾ ਵੀ ਕਿਹੜੇ ਹੋਟਲ ਦੇ ਵਿੱਚ ਤੁਸੀਂ ਰਹਿ ਸਕਦੇ ਹੋ। ਉਹ ਅੱਜ ਇਹਨਾਂ ਨੇ ਐਪਲੀਕੇਸ਼ਨ ਲਾਈਆਂ, ਹੁਣ ਛੇਤੀ ਉਹ ਅਪਡੇਟ ਹੋਣਗੇ ਕਿਹੜੇ ਹੋਟਲਸ ਦੇ ਵਿੱਚ ਤੁਸੀਂ ਰਹਿ ਸਕਦੇ ਹੋ। ਬਿਲਕੁਲ ਸਰ। ਤੇ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ। ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ, ਕੀ ਕਹਿਣਾ ਚਾਹੋਗੇ?
ਹਾਂਜੀ ਬਿਲਕੁਲ ਜੀ, ਕਿਉਂਕਿ ਇਹਦੇ ਵਿੱਚ ਜਿਵੇਂ ਹੁਣ ਆਲ ਆਫ ਸਡਨ ਡਰਾ ਆਇਆ ਤੇ ਕਈ ਤਰ੍ਹਾਂ ਦੇ ਲੋਕਾਂ ਦੇ ਮਨ ਦੇ ਵਿੱਚ ਸ਼ੰਕੇ ਜਾਂ ਕਨਫਿਊਜ਼ਨ ਹੈਗੇ ਆ ਜੀ। ਤੇ ਇਹਦੇ ਵਿੱਚ ਜਿਵੇਂ ਹੁਣ ਇਹਨਾਂ ਨੇ ਵੀ ਕਿਹਾ ਹੈਗਾ ਪੁਲਿਸ ਕਲੀਅਰੈਂਸ ਦਾ, ਤੇ ਕਾਫੀ ਸਾਨੂੰ ਕਾਲਸ ਆ ਰਹੀਆਂ ਨੇ। ਤੇ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ, ਕਿਉਂਕਿ ਜਦੋਂ ਤੁਸੀਂ ਇਹ ਦੇਖਦੇ ਹੋ ਤਾਂ ਤੁਸੀਂ ਦੇਖੋ ਵੀ ਕਿਹੜੇ ਸੋਰਸ ਤੋਂ ਦੇਖਿਆ, ਕਿਉਂਕਿ ਕਿਸੇ ਨੇ ਕੋਈ ਕਹਿੰਦਾ ਮੈਂ ਟਿਕਟੌਕ ਤੇ ਦੇਖਿਆ, ਕਿਸੇ ਨੇ ਕਹਿੰਦਾ ਵੀ ਮੈਂ ਕਿਸੇ ਬਲੌਗ ਤੇ ਪੜ੍ਹਿਆ, ਏਦਾਂ ਨਹੀਂ ਹੋਇਆ ਹੈਗਾ। ਇਹ ਤੁਸੀਂ ਹਰ ਇਨਫੋਰਮੇਸ਼ਨ ਤੁਸੀਂ IRCC ਤੇ ਕਲੀਅਰ ਪਈ ਆ, ਉਹਦੇ ਤੋਂ ਚੈੱਕ ਕਰੋ, ਜਾਂ ਕਿਸੇ ਵੀ ਕੰਸਲਟੈਂਟ ਤੋਂ ਜੋ IRCC ਦੇ ਮੈਂਬਰ ਨੇ ਜਾਂ ਹੈਗੇ ਰਿਪਿਊਟਡ, ਉਹ ਕਿਸੇ ਲਾਇਰ ਨਾਲ ਉਹਨਾਂ ਨਾਲ ਗੱਲ ਕਰਕੇ ਉਹ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਸਕਦੇ ਆ। ਕਿਤੇ ਸੁਣੀ ਸੁਣਾਈ ਗੱਲ ਤੇ ਨਾ ਵਿਸ਼ਵਾਸ ਕਰੋ, ਉਹਨਾਂ ਤੁਹਾਡਾ ਟਾਈਮ ਤੇ ਰਿਸੋਰਸਿਸ ਦੋਨੋਂ ਖਰਾਬ। ਬਿਲਕੁਲ ਸਰ, ਤੁਹਾਡੇ ਨਾਲ ਕਿਸੇ ਨੇ ਕੰਟੈਕਟ ਕਰਨਾ ਹੋਵੇ, ਕਿਹੜੇ ਤੁਹਾਡੇ ਆਫਿਸ ਆਵਰਸ ਨੇ, ਕਿਵੇਂ ਕੰਟੈਕਟ ਕਰ ਸਕਦੇ ਨੇ, ਕਿਹੜੇ ਟਾਈਮ ਕਰ ਸਕਦੇ ਨੇ? ਹਾਂਜੀ, ਸਾਡੇ 3 ਆਫਿਸਿਸ ਨੇ, ਬਰੈਂਪਟਨ, ਐਡਮਿੰਟਨ ਤੇ ਸਰੀ ਦੇ ਵਿੱਚ। ਤੇ ਤੁਸੀਂ ਕਿਸੇ ਵੀ ਆਫਿਸ ਦੇ ਵਿੱਚ ਸਾਡੇ ਕੰਟੈਕਟ ਕਰਦੇ ਹੋ 10 to 5, ਪਰ ਅਸੀਂ ਵਾਕ ਇਨ ਨਹੀਂ ਲੈਂਦੇ, ਬਾਈ ਅਪਾਇੰਟਮੈਂਟਸ ਲੈਂਦੇ ਆ। ਤੇ ਇਸ ਤੋਂ ਬਿਨਾਂ ਅਸੀਂ ਬਰੈਂਪਟਨ ਆਫਿਸ ਵਾਸਤੇ ਖਾਸ ਕਰਕੇ ਹੁਣ ਕੀਤਾ ਹੈਗਾ, ਕਿਉਂਕਿ ਸਾਨੂੰ ਇੱਥੋਂ BC ਤੇ ਅਲਬਰਟਾ ਦੇ ਵਿੱਚ ਜਿੰਨੀਆਂ ਅਸੀਂ ਪ੍ਰੋਫਾਈਲਸ ਕ੍ਰੀਏਟ ਕੀਤੀਆਂ ਸੀ, ਸਾਨੂੰ ਬਹੁਤ ਵਧੀਆ ਰਿਸਪੌਂਸ ਰਿਹਾ ਗਿਆ, ਕਿਉਂਕਿ ਅਸੀਂ ਕੀਤਾ ਸੀ। ਹੁਣ ਅਸੀਂ ਪਰਟੀਕੂਲਰ ਬਰੈਂਪਟਨ ਆਫਿਸ ਤੇ ਫੋਕਸ ਕਰ ਰਹੇ ਹਾਂ। ਜੇ ਤੁਹਾਡੀ ਫਾਈਲ ਨਹੀਂ ਕ੍ਰੀਏਟ ਹੋਈ ਤਾਂ ਅਸੀਂ ਕਰਾਂਗੇ, ਤੇ ਜੇ ਤੁਹਾਡੀ ਐਪਲੀਕੇਸ਼ਨ ਲਾਉਣੀ ਆ ਉਹਦੇ ਵਿੱਚ ਵੀ ਅਸੀਂ ਤੁਹਾਨੂੰ ਸਪੈਸ਼ਲ ਇੱਕ ਪੈਕੇਜ ਦੇਵਾਂਗੇ। ਤੁਸੀਂ ਸਾਡੇ ਬਰੈਂਪਟਨ, ਜੇ ਇੰਟੈਰੀਓ ਚ ਬਰੈਂਪਟਨ ਆਫਿਸ ਨਾਲ ਕੰਟੈਕਟ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਪ੍ਰੋਗਰਾਮ ਵਿੱਚ ਆਉਣ ਲਈ, ਸਾਡੇ ਦਰਸ਼ਕਾਂ ਨੂੰ ਨਵੀਂ ਜਾਣਕਾਰੀ ਦੇਣ ਲਈ। ਥੈਂਕ ਯੂ ਸੋ ਮਚ। ਹਾਂਜੀ, ਥੈਂਕ ਯੂ ਤਰਨ ਜੀ, ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਅਸੀਂ ਹਮੇਸ਼ਾ ਆਪਣੇ ਪ੍ਰੋਗਰਾਮ ਵਿੱਚ ਭਰੋਸੇਮੰਦ ਕੰਸਲਟੈਂਟ ਨੂੰ ਜੋੜਦੇ ਹੁੰਦੇ ਹਾਂ। ਸੋ ਤੁਸੀਂ ਫਾਰਗੋ ਇਮੀਗ੍ਰੇਸ਼ਨ ਤੋਂ ਕੋਈ ਵੀ ਸੇਵਾਵਾਂ ਲੈਣਾ ਚਾਹੁੰਦੇ ਹੋ ਇਮੀਗ੍ਰੇਸ਼ਨ ਸੰਬੰਧੀ, ਤਾਂ ਉਹਨਾਂ ਦੇ ਤਿੰਨੋਂ ਆਫਿਸਿਸ ਦੇ ਨੰਬਰ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੇ ਨੇ। ਕਾਲ ਇਨ ਲਾਈਵ ਦੇ ਵਿੱਚ ਸਿਰਫ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਜਿਹੜੇ ਅਸੀਂ ਕੰਸਲਟੈਂਟ ਨਾਲ ਜੋੜਦੇ ਉਹਨਾਂ ਦੇ ਫੋਨ ਨੰਬਰਸ ਨਾਲ ਪ੍ਰੋਵਾਈਡ ਕਰਵਾਏ ਹੁੰਦੇ ਨੇ। ਅਸੀਂ ਇਹਨਾਂ ਦੇ ਵੀ ਫੋਨ ਨੰਬਰ ਪ੍ਰੋਵਾਈਡ ਕਰਵਾਏ ਹੋਏ ਨੇ ਬਰੈਂਪਟਨ, ਐਡਮਿੰਟਨ ਤੇ ਸਰੀ ਆਫਿਸ ਤੇ। ਸੋ ਇੱਥੇ ਕਾਲ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV ਤੇ ਸਵਿਚ ਕਿਤੇ ਹੋਰ ਨਾ ਕਰਿਓ ਚੈਨਲ। ਮਰਗਿਨ ਨਾਚੀ ਹਾਜ਼ਰ ਹੋ ਰਹੇ ਨੇ ਲੈ ਕੇ ਪ੍ਰੋਗਰਾਮ ਬਰੈਂਪਟਨ ਹਮਦਰਦ ਟਾਊਨ ਹਾਲ। ਸੋ ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।